ਹੈਲੋ ਫਰੈਂਡਸ, ਐਡੂ ਬਲੌਸਮ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਅੱਜ ਸਵਾਗਤ ਕਰਦੇ ਹਾਂ। ਅੱਜ ਦੇ ਐਡੂ ਬਲੌਸਮ ਚੈਨਲ ਵਿੱਚ ਜਿਸ ਵੀਡੀਓ ਨਾਲ ਤੁਹਾਡੇ ਨਾਲ ਅਸੀਂ ਆਪਣੀ ਨੌਲੇਜ ਜਾਂ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ, ਉਸ ਦਾ ਟੌਪਿਕ ਦਾ ਨਾਮ ਹੈ ITI ਕੋਰਸਿਸ ਆਫਟਰ 10th ਐਂਡ 12th ਕਲਾਸ। ਆਮ ਤੌਰ ਤੇ ਦੇਖਿਆ ਗਿਆ ਹੈ ਕਿ ਬੱਚੇ 10ਵੀਂ ਕਲਾਸ ਤੋਂ ਬਾਅਦ 11th ਵਿੱਚ ਵੀ ਜਾਂਦੇ ਨੇ, 12th ਵਿੱਚ ਵੀ ਕੰਮ ਕਰਦੇ ਨੇ, ਬੀਟੈਕ ਜਾਂ ਮੈਡੀਕਲ ਐਗਜ਼ਾਮ ਦੇਣ ਦੀ ਤਿਆਰੀ ਕਰਦੇ ਨੇ। ਬਟ ਕੁਛ ਸਟੂਡੈਂਟਸ 10ਵੀਂ ਤੋਂ ਬਾਅਦ ਪ੍ਰੈਕਟੀਕਲ ਟ੍ਰੇਨਿੰਗ ਜਾਂ ਕੋਈ ਹੋਰ ਲਿਮਿਟੇਸ਼ਨ ਕਰਕੇ ITI ਕੋਰਸ ਵੀ ਕਰਨਾ ਚਾਹੁੰਦੇ ਨੇ। ਚਾਹੇ 10ਵੀਂ ਤੋਂ ਬਾਅਦ ਡਿਪਲੋਮਾ ਕੋਰਸਿਸ ਵੀ ਹੁੰਦੇ ਨੇ, ਬਟ ਕਿਉਂਕਿ ITI ਕੋਰਸਿਸ ਦੀ ਡਿਊਰੇਸ਼ਨ ਘੱਟ ਹੁੰਦੀ ਹੈ ਅਤੇ ਕਈ ਵਾਰੀ ਕੋਰਸਿਸ 6 ਮਹੀਨੇ ਦੇ ਵੀ ਹੁੰਦੇ ਨੇ ਜਾਂ 2 ਸਾਲ ਦੇ ਵੀ ਹੁੰਦੇ ਨੇ, ਤਾਂ ਆਮ ਤੌਰ 'ਤੇ ਕੁਛ ਬੱਚਿਆਂ ਦੀ ਆਪਣੀ ਰਿਕੁਆਇਰਮੈਂਟ ਹੁੰਦੀ ਹੈ ਕਿ ਅਸੀਂ ਛੋਟਾ ਕੋਰਸ ਕਰਕੇ ਇੱਕ ਵਧੀਆ ਡਿਗਰੀ ਲੈ ਕੇ ਜੋਬ ਲਈ ਜਾਂ ਕਿਸੇ ਹੋਰ ਕਿੱਤੇ ਵਿੱਚ ਆਪਣਾ ਕੰਮ ਸ਼ੁਰੂ ਕਰ ਸਕੀਏ। ਸੋ ITI ਕੋਰਸ ਆਲ ਓਵਰ ਇੰਡੀਆ ਵਿੱਚ ਕਾफ़ੀ ਪ੍ਰਚਲਿਤ ਹੈ, ਕਾफ़ੀ ਫੇਮਸ ਹੈ। ਬਹੁਤ ਜ਼ਿਆਦਾ ਇੰਜੀਨੀਅਰਿੰਗ ਕਾਲਜਿਸ, ਈਵਨ NCVT ਕਾਲਜਿਸ, ITI ਕਾਲਜਿਸ ਐਸੇ ਨੇ, ਚਾਹੇ ਉਹ ਗਵਰਨਮੈਂਟ ਵਾਲੇ ਨੇ ਚਾਹੇ ਉਹ ਪ੍ਰਾਈਵੇਟ ਨੇ, ਉਹ ਬਹੁਤ ਅੱਛੇ ITI ਕੋਰਸਿਸ ਮੁਹੱਈਆ ਕਰਾਉਂਦੇ ਨੇ। ਸੋ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ITI ਕੋਰਸਿਸ ਸਾਂਝੇ ਕਰਾਂਗੇ ਜਿਹੜੇ 10ਵੀਂ ਤੋਂ ਬਾਅਦ ਜਾਂ 12ਵੀਂ ਤੋਂ ਬਾਅਦ ਕੋਈ ਵੀ ਸਟੂਡੈਂਟ ਕਰ ਸਕਦਾ ਹੈ। ਤੋ ਅੱਜ ਅਸੀਂ ਐਡੂ ਬਲੌਸਮ ਚੈਨਲ ਵਿੱਚ ਨਵੀਂ ਵੀਡੀਓ ਸ਼ੁਰੂ ਕਰਦੇ ਹਾਂ, ਜਿਸ ਦਾ ਟੌਪਿਕ ਦਾ ਨਾਮ ਹੈ ITI ਕੋਰਸਿਸ ਆਫਟਰ 10th ਐਂਡ 12th ਕਲਾਸ। ਸਭ ਤੋਂ ਪਹਿਲਾਂ ਜੇ ਅਸੀਂ ਏਜ ਲਿਮਿਟ ਦੀ ਗੱਲ ਕਰੀਏ ਤਾਂ ਸਟੂਡੈਂਟਸ ITI ਕੋਰਸ ਕਰਨ ਲਈ ਮਿਨੀਮਮ 14 ਸਾਲ ਅਤੇ ਮੈਕਸੀਮਮ 40 ਸਾਲ ਤੱਕ ਦੀ ਏਜ ਲਿਮਿਟ ਐਕਸੈਪਟੇਬਲ ਹੈ ਗਵਰਨਮੈਂਟ ਦੇ ਕਿਸੇ ਵੀ ITI ਵਿੱਚ, ਚਾਹੇ ਪ੍ਰਾਈਵੇਟ ਕਿਸੇ ਵੀ ITI ਵਿੱਚ। ਜੇ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਜੇ ਬੱਚੇ ਨੇ 8th ਕਲਾਸ ਪਾਸ ਕੀਤੀ ਹੈ, 10ਵੀਂ ਪਾਸ ਕੀਤੀ ਹੈ ਜਾਂ 12ਵੀਂ ਪਾਸ ਕੀਤੀ ਹੈ ਤਾਂ ਉਹ ITI ਕੋਰਸ ਕਰਨ ਲਈ ਐਲੀਜੀਬਲ ਹੈ, ਉਹ ਕਰ ਸਕਦਾ ਹੈ। ਕੋਰਸ ਡਿਊਰੇਸ਼ਨ ਦੀ ਜੇ ਗੱਲ ਕਰੀਏ ਤਾਂ ਇਹ ਕੋਰਸ 6 ਮਹੀਨੇ ਦੇ ਵੀ ਹੁੰਦੇ ਨੇ, ਸਾਲ ਦੇ ਵੀ ਹੁੰਦੇ ਨੇ, 2 ਸਾਲ ਦੇ ਵੀ ਹੁੰਦੇ ਨੇ ਔਰ 3 ਸਾਲ ਦੇ ਵੀ ਹੁੰਦੇ ਨੇ। ਜੇ ਅਸੀਂ ਗੱਲ ਕਰੀਏ ਕਿ ਆਲ ਓਵਰ ਇੰਡੀਆ ਕਿੰਨੇ ਤਰ੍ਹਾਂ ਦੇ ਸੈਕਟਰ ਵਿੱਚ, ਸੈਕਟਰ ਮਤਲਬ ਕਿ ਜੇ ਆਪਾਂ ਹੋਟਲ ਮੈਨੇਜਮੈਂਟ, ਪਲੰਬਿੰਗ, CNC ਮਸ਼ੀਨਿੰਗ ਦੀ ਗੱਲ ਕਰੀਏ ਤੇ ਕਿੰਨੇ ਤਰ੍ਹਾਂ ਦੇ ਸੈਕਟਰ ਨੇ, ਤਾਂ ਉਹ ਸੈਕਟਰ ਟੋਟਲ 31 ਨੇ। ਅਤੇ ਟ੍ਰੇਡਸ ਕਿੰਨੇ ਨੇ? ਟ੍ਰੇਡ ਨੇ 140 ਤਰ੍ਹਾਂ ਦੇ ITI ਕੋਰਸਿਸ ਤੁਸੀਂ ਕਰ ਸਕਦੇ ਹੋ। ਅਤੇ ਸਰਟੀਫਿਕੇਟ ਇਸ਼ੂਡ ਕਿਹੜੇ ਹੁੰਦੇ ਨੇ? SCVT ਸਟੇਟ ਕਾਊਂਸਿਲ ਵੱਲੋਂ, NCVT ਨੈਸ਼ਨਲ ਕਾਊਂਸਿਲ ਵੱਲੋਂ। ਅੱਗੇ ਗੱਲ ਕਰਦੇ ਹਾਂ ਕਿ ਫਰਦਰ ਸਕੋਪ ਕੀ ਹੈ। ITI ਕੋਰਸ ਕਰਨ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ? ਸਭ ਤੋਂ ਪਹਿਲਾਂ ਤੁਸੀਂ ਅਪ੍ਰੈਂਟਿਸਸ਼ਿਪ ਕਰ ਸਕਦੇ ਹੋ। ਆਮ ਤੌਰ 'ਤੇ ਅਪ੍ਰੈਂਟਿਸਸ਼ਿਪ ਉਹ ਸਟੂਡੈਂਟ ਕਰ ਸਕਦੇ ਆ ਜਿਨ੍ਹਾਂ ਨੇ ITI ਦਾ ਕੋਰਸ 2 ਸਾਲ ਦਾ ਕੀਤਾ ਹੋਵੇ। ਅਤੇ ITI ਕੋਰਸ 2 ਸਾਲ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਇੰਡਸਟਰੀ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਗਵਰਨਮੈਂਟ ਦੀ ਹੈ, ਤੁਸੀਂ ਉੱਥੇ ਅਪ੍ਰੈਂਟਿਸਸ਼ਿਪ ਕਰ ਸਕਦੇ ਹੋ। ਅਪ੍ਰੈਂਟਿਸਸ਼ਿਪ ਕਰਨ ਤੋਂ ਬਾਅਦ ਤੁਸੀਂ ਵੀ ਕਿਸੇ ਵੀ ਗਵਰਨਮੈਂਟ ਜੋਬ ਲਈ ਐਲੀਜੀਬਲ ਹੋ ਸਕਦੇ ਹੋ। ਨਾ ਸਿਰਫ ਤੁਸੀਂ ਗਵਰਨਮੈਂਟ ਜੋਬ ਲਈ ਐਲੀਜੀਬਲ ਹੋ ਸਕਦੇ ਹੋ, ਜੇ ਤੁਹਾਡਾ ਪਰਫੋਰਮੈਂਸ ਬੜਾ ਵਧੀਆ ਰਿਹਾ ਹੈ, ਤੁਸੀਂ ਆਪਣੀ ਇੰਪਲੋਇਰ ਨੂੰ, ਆਪਣੇ ਜਿਹੜੇ ਕੰਪਨੀ ਦਾ ਜਿਹੜਾ ਮਾਲਕ ਹੈ ਜਾਂ ਜੋ ਵੀ ਮੈਨੇਜਮੈਂਟ ਹੈ, ਉਹਨੂੰ ਤੁਸੀਂ ਇੰਪ੍ਰੈਸ ਕਰਦੇ ਹੋ ਆਪਣੀ ਮਿਹਨਤ ਨਾਲ, ਆਪਣੀ ਪਰਫੋਰਮੈਂਸ ਨਾਲ, ਤਾਂ ਤੁਹਾਨੂੰ ਉਹ ਫਰਦਰ ਜੋਬ 'ਤੇ ਕੰਟੀਨਿਊ ਵੀ ਕਰ ਸਕਦੇ ਨੇ। ਸੈਕਿੰਡ ਆਪਸ਼ਨ ਹੈ ਕਿ ਤੁਸੀਂ, ਜਿੱਦਾਂ ਤੁਹਾਨੂੰ ਕਿਹਾ ਗਿਆ ਕਿ ITI ਕੋਰਸ ਕਰਨ ਤੋਂ ਬਾਅਦ ਗਵਰਨਮੈਂਟ ਔਰ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਵੀ ਬੜੇ ਆਰਾਮ ਨਾਲ ਮਿਲਦੀ ਹੈ। ਜੇ ਆਪਾਂ ਗਵਰਨਮੈਂਟ ਸੈਕਟਰ ਦੀ ਗੱਲ ਕਰੀਏ ਤਾਂ ਰੇਲਵੇ ਵਿੱਚ, ਡਿਫੈਂਸ ਵਿੱਚ, ਈਵਨ ਪਬਲਿਕ ਸੈਕਟਰ ਯੂਨਿਟ ਵਿੱਚ ਬਹੁਤ ਇਹੋ ਜਿਹੇ ਅਦਾਰੇ ਨੇ ਜਿਹੜੇ ITI ਸਟੂਡੈਂਟ ਨੂੰ ਬੜੀ ਪ੍ਰੈਫਰੈਂਸ ਨਾਲ ਲੈਂਦੇ ਨੇ। ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਤਾਂ ਬੜੀ ਕੰਪਨੀਜ਼ ਨੇ, ਜਿੱਦਾਂ ਐਗਰੀਕਲਚਰ ਕੰਪਨੀਜ਼ ਨੇ ਜਾਂ ਚਾਹੇ ਆਟੋਮੋਬਾਈਲ ਕੰਪਨੀ ਹੈ, ਉਹ ਕੰਪਨੀਜ਼ ਵੀ ਓਪਰੇਟਰ ਲੈਵਲ 'ਤੇ ITI ਸਟੂਡੈਂਟ ਨੂੰ ਪ੍ਰੈਫਰੈਂਸ ਦਿੰਦੇ ਨੇ। ਜੇ ਕੋਈ ਸਟੂਡੈਂਟ ਫਰਦਰ ਸਟੱਡੀ ਕਰਨਾ ਚਾਹੁੰਦਾ ਹੈ ਤਾਂ ਉਹ ਲੀਟ ਵਿੱਚ ITI ਕੋਰਸ 2 ਸਾਲ ਦਾ ਕਰਕੇ ਸੈਕਿੰਡ ਈਅਰ ਡਿਪਲੋਮਾ ਵਿੱਚ ਐਡਮਿਸ਼ਨ ਵੀ ਲੈ ਸਕਦਾ ਹੈ। ਮਤਲਬ ਕਿ ਜੇ ਤੁਸੀਂ ITI ਕੋਰਸ 2 ਸਾਲ ਦਾ ਕੀਤਾ ਹੈ ਤਾਂ ਤੁਸੀਂ ਕਿਸੇ ਵੀ ਡਿਪਲੋਮਾ ਕੋਰਸ ਵਿੱਚ ਸੈਕਿੰਡ ਈਅਰ 'ਚ ਐਡਮਿਸ਼ਨ ਲੈ ਸਕਦੇ ਹੋ। ਪਰ ਜੇ ਤੁਸੀਂ 1 ਸਾਲ ਦਾ ਕੋਰਸ ਕੀਤਾ ਹੈ ਤਾਂ ਤੁਹਾਨੂੰ ਫਿਰ ਫਸਟ ਈਅਰ ਵਿੱਚ ਹੀ ਐਡਮਿਸ਼ਨ ਲੈਣੀ ਪਏਗੀ। ਅਤੇ ਜੇ ਆਪਾਂ ਗੱਲ ਕਰੀਏ ਲਾਸਟ ਸਕੋਪ ਕੀ ਹੈ, CTI ਸੈਂਟਰਲ ਟ੍ਰੇਨਿੰਗ ਇੰਸਟੀਚਿਊਟ, ਮੀਨ ਜੋ ਟੀਚਿੰਗ ਨਾਲ ਆਧਾਰਿਤ ਹੈ। ITI ਕੋਰਸ ਕਰਕੇ ਤੁਸੀਂ ITI ਕਾਲਜ ਵਿੱਚ ਜੇ ਤੁਸੀਂ ਪੜ੍ਹਾਉਣਾ ਚਾਹੁੰਦੇ ਹੋ ਤਾਂ ਤੁਸੀਂ CTI ਦੇ ਥਰੂ, ਸੈਂਟਰਲ ਟੀਚਿੰਗ ਇੰਸਟੀਚਿਊਟ ਵਿੱਚ ਵੀ ਆਪਣੀ ਜੋਬ ਸਿਕਿਉਰ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਕੋਲ ਕਿੱਦਾਂ ਦੇ ਕੋਰਸਿਸ ਪੂਰੇ ਇੰਡੀਆ ਵਿੱਚ ਫੇਮਸ ਨੇ। ਵੈਸੇ ਤਾਂ ਮੈਂ ਤੁਹਾਨੂੰ ਆਲਰੇਡੀ ਬਰੀਫ ਕਰ ਚੁੱਕਾ ਕਿ 31 ਸੈਕਟਰ ਨੇ ਤਾਂ ਅਰਾਊਂਡ 140 ਟ੍ਰੇਡਸ ਨੇ, ਤਾਂ ਸਾਰੇ ਸੈਕਟਰ ਦੇ ਟ੍ਰੇਡ ਡਿਸਕਸ ਕਰਨੇ ਤਾਂ ਬੜੇ ਡਿਫੀਕਲਟ ਹੋਣਗੇ। ਅੱਜ ਦੀ ਵੀਡੀਓ ਵਿੱਚ ਅਸੀਂ ਇੰਪੋਰਟੈਂਟ ਕੋਰਸਿਸ ਕਰਾਂਗੇ ਡਿਸਕਸ, ਜਿਹੜੇ ਬॉयज़ ਔਰ ਗਰਲਸ ਵਿੱਚ ਬਹੁਤ ਜ਼ਿਆਦਾ ਪੋਪੂਲਰ ਨੇ, ਔਰ ਨਾ ਸਿਰਫ ਇਹ ਪੋਪੂਲਰ ਨੇ ਬਲਕਿ ਇਹਨਾਂ ਵਿੱਚ ਚੰਗੀ ਨੌਕਰੀ ਲੈਣ ਦੀ ਕੈਪੇਬਿਲਿਟੀ ਹੁੰਦੀ ਹੈ, ਉਹ ਬੜੀ ਜ਼ਿਆਦਾ ਹੈ। ਇੰਡਸਟਰੀਜ਼, ਚਾਹੇ ਉਹ ਗਵਰਨਮੈਂਟ ਦੀ ਹੈ ਚਾਹੇ ਉਹ ਪ੍ਰਾਈਵੇਟ ਇੰਡਸਟਰੀ ਹੈ, ਉਹ ਇਹੋ ਜਿਹੀ ਟ੍ਰੇਡ 'ਤੇ ਸਟੂਡੈਂਟ ਨੂੰ ਬੜੀ ਛੇਤੀ ਆਪਣੇ ਵਿੱਚ ਅਬਜ਼ੋਰਵ ਕਰਦੇ ਨੇ, ਨੌਕਰੀ ਦਿੰਦੇ ਨੇ।
ਆਪਾਂ ਅੱਜ ਦੀ ਵੀਡੀਓ ਵਿੱਚ ਜਿਹੜੇ ਆਈਟੀਆਈ ਕੋਰਸਿਸ ਦੀ ਗੱਲ ਕਰਾਂਗੇ ਉਹਨੂੰ ਸਿਰਫ ਦੋ ਡਿਵੀਜ਼ਨ ਵਿੱਚ ਹੀ ਰੱਖਿਆ ਹੈ। ਪਹਿਲਾ ਸੈਕਟਰ ਆਏਗਾ ਇੰਜੀਨੀਅਰਿੰਗ ਕੋਰਸਿਸ, ਦੂਜਾ ਆਏਗਾ ਨਾਨ ਇੰਜੀਨੀਅਰਿੰਗ ਕੋਰਸਿਸ। ਜੇ ਆਪਾਂ ਇੰਜੀਨੀਅਰਿੰਗ ਕੋਰਸਿਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਮਸ਼ੀਨ ਸ਼ਾਪ ਦੇ ਨਾਲ ਰਿਲੇਟਡ ਨੇ। ਫਾਊਂਡਰੀ ਹੈ ਜਿਹਨੂੰ ਢਲਾਈ ਵੀ ਕਿਹਾ ਜਾਂਦਾ ਪੰਜਾਬੀ ਵਿੱਚ। ਮੈਟਲ ਵਰਕਿੰਗ ਜਿਹਦਾ ਮਸ਼ੀਨਿੰਗ ਦੀ ਗੱਲ ਕਰਦੇ ਹਾਂ। ਇਲੈਕਟ੍ਰੀਕਲ ਹੈ, ਮੇਨਟੇਨੈਂਸ ਆਫ ਮਸ਼ੀਨਸ ਹੈਗੀਆਂ ਨੇ, ਪ੍ਰੀਸੀਜਨ ਮਸ਼ੀਨਸ ਨੇ, ਹੀਟ ਇੰਜਨਸ ਨੇ, ਇਲੈਕਟ੍ਰੋਨਿਕਸ ਹੈ, ਆਇਰਨ ਸਟੀਲ ਹੈ, ਸੈਂਟਰ ਆਫ ਐਕਸੀਲੈਂਸੀ ਹੈ। ਇਹ ਟ੍ਰੇਡ ਦੇ ਨਾਮ ਨੇ। ਅਗਲੀਆਂ ਸਲਾਈਡ ਵਿੱਚ ਤੁਹਾਨੂੰ ਇਹਨਾਂ ਬਾਰੇ ਆਪਾਂ ਐਕਸਪਲੇਨ ਵੀ ਕਰਾਂਗੇ। ਜੇ ਆਪਾਂ ਨਾਨ ਇੰਜੀਨੀਅਰਿੰਗ ਦੀ ਗੱਲ ਕਰਦੇ ਹਾਂ ਤਾਂ ਬਿਲਡਿੰਗ ਐਂਡ ਫਰਨੀਚਰ ਹੈ, ਹੋਟਲ ਐਂਡ ਕੇਟਰਿੰਗ ਹੈ, ਕਟਿੰਗ ਐਂਡ ਟੇਲਰਿੰਗ ਹੈ, ਟੈਕਸਟਾਈਲ ਹੈ, ਲੈਦਰ ਕਰਾਫਟਸ ਹੈ, ਗਲਾਸ ਐਂਡ ਸਿਰੈਮਿਕ ਹੈ, ਜਿਨ੍ਹਾਂ ਨੂੰ ਨਾਨ ਇੰਜੀਨੀਅਰਿੰਗ ਦੇ ਅੰਡਰ ਅੱਛਾ ਕੋਈ ਵੀ ਕਾਲਜ ਕਰਵਾ ਕੇ ਕਿਸੇ ਸਟੂਡੈਂਟ ਨੂੰ ਨੌਲੇਜ ਦੇ ਕੇ ਚੰਗੀ ਨੌਕਰੀ 'ਚ ਲਵਾ ਸਕਦਾ ਹੈ। ਆਪਾਂ ਸ਼ੁਰੂ ਕਰਦੇ ਹਾਂ ਇੰਜੀਨੀਅਰਿੰਗ ਗ੍ਰੇਡ ਤੋਂ। ਜੇ ਆਪਾਂ ਗੱਲ ਕਰੀਏ ਡੈਜ਼ਿਗਨੇਟਡ ਟ੍ਰੇਡ ਨਾਮ ਕੀ ਹੈ, ਪਹਿਲਾ ਗਰੁੱਪ ਟ੍ਰੇਡ ਨੇਮ ਲਿੱਤਾ ਆਪਾਂ ਮਸ਼ੀਨ ਸ਼ਾਪ। ਮਸ਼ੀਨ ਸ਼ਾਪ ਦੇ ਸਟੂਡੈਂਟ ਤੁਸੀਂ ਦੇਖ ਰਹੇ ਹੋ ਆਪਣੀ ਸਲਾਈਡ ਵਿੱਚ ਕਿ ਆਪਾਂ ਅਲੱਗ-ਅਲੱਗ ਟ੍ਰੇਡਸ ਦੀ ਗੱਲ ਕਰਦੇ ਪਏ ਹਾਂ। ਉਹਨਾਂ ਵਿੱਚ ਕੋਰਸ ਡਿਊਰੇਸ਼ਨ ਕੀ ਹੈਗੀ ਉਹ ਗੱਲ ਕਰਦੇ ਪਏ, ਤੇ ਐਲੀਜੀਬਿਲਟੀ ਕੀ ਹੈ ਉਹਦੀ ਗੱਲ ਕਰਦੇ ਪਏ ਹਾਂ। ਜੇ ਕੋਈ ਸਟੂਡੈਂਟ ਫਿਟਰ ਦੀ ਆਈਟੀਆਈ ਕੋਰਸ ਕਰਨਾ ਚਾਹੁੰਦਾ, ਉਹ ਫਿਟਰ ਬਣਨਾ ਚਾਹੁੰਦਾ, ਤਾਂ ਉਹਦਾ ਕੋਰਸ ਦਾ ਡਿਊਰੇਸ਼ਨ 2 ਸਾਲ ਹੋਏਗਾ। ਬੱਚੇ ਨੇ 10ਵੀਂ ਕਲਾਸ ਪਾਸ ਕੀਤੀ ਹੋਵੇ ਔਰ ਉਹਦੇ ਵਿੱਚ ਸਾਇੰਸ ਔਰ ਮੈਥ ਸਬਜੈਕਟ ਜ਼ਰੂਰ ਹੋਣੇ ਚਾਹੀਦੇ ਹੈ। ਇਸੇ ਤਰ੍ਹਾਂ ਟਰਨਰ ਦੀ ਗੱਲ ਕਰਦੇ ਹਾਂ, ਜਿਹੜੀ ਮਸ਼ੀਨਾਂ ਦੀ ਟਰਨਰ ਹੁੰਦੀ, ਕਨਵੈਨਸ਼ਨਲ ਮਸ਼ੀਨਾਂ ਜਿੱਦਾਂ ਲੇਥ ਹੈ, ਮਿਲਿੰਗ ਹੈ, ਸ਼ੇਪਰ ਹੈ, ਇਹਨਾਂ ਮਸ਼ੀਨਾਂ ਨੂੰ ਚਲਾਉਣ ਵਾਲੇ ਓਪਰੇਟਰ ਨੂੰ ਟਰਨਰ ਕਿਹਾ ਜਾਂਦਾ ਹੈ। ਜੇ ਤੁਸੀਂ ਟਰਨਰ ਦਾ ਕੋਰਸ ਕਰਨਾ ਚਾਹੁੰਦੇ ਹੋ, ਉਹ ਵੀ ਕੋਰਸ 2 ਸਾਲ ਦਾ ਹੈ। ਤੇ ਇਸੇ ਤਰ੍ਹਾਂ ਜਿਹਦਾ ਫਿਟਰ ਦੀ ਕੁਆਲੀਫਿਕੇਸ਼ਨ ਚਾਹੀਦੀ ਹੈ 10ਵੀਂ ਕਲਾਸ ਵਿਦ ਸਾਇੰਸ ਐਂਡ ਮੈਥ, ਟਰਨਰ ਦਾ ਵੀ ਐਜੂਕੇਸ਼ਨ ਕੁਆਲੀਫਿਕੇਸ਼ਨ ਸੇਮ ਹੈ। ਇਸੇ ਤਰ੍ਹਾਂ ਮਸ਼ੀਨਿਸਟ ਵੀ 2 ਸਾਲ ਦਾ ਕੋਰਸ ਹੈ, ਜਿਹਦੇ 'ਚ ਤੁਸੀਂ ਮਸ਼ੀਨਾਂ ਦੀ ਗੱਲ ਕਰਦੇ ਹੋ। ਮਸ਼ੀਨਿਸਟ ਗ੍ਰਾਈਂਡਿੰਗ, ਸਰਫੇਸ ਗ੍ਰਾਈਂਡਿੰਗ ਤੇ ਸਿਲੰਡਰੀਕਲ ਗ੍ਰਾਈਂਡਿੰਗ, ਇਹੋ ਜਿਹੀ 2 ਮਸ਼ੀਨਸ ਨੇ ਜਿਹੜੀਆਂ ਆਮ ਤੌਰ ਤੇ ਇੰਡਸਟਰੀ ਵਿੱਚ ਘੱਟ ਪਾਈਆਂ ਜਾਂਦੀਆਂ ਨੇ, ਬਟ ਇਹਨਾਂ ਦਾ ਕੋਰਸ ਕਰਨ ਵਾਲੇ ਸਟੂਡੈਂਟ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈ। ਕਿਸੇ ਵੀ ਕੰਪਨੀ ਵਿੱਚ ਇੱਕ ਤੋਂ ਜ਼ਿਆਦਾ ਲੇਥ ਮਸ਼ੀਨ ਹੋ ਸਕਦੀ ਹੈ, ਇੱਕ ਤੋਂ ਜ਼ਿਆਦਾ ਬਿਲਿੰਗ ਮਸ਼ੀਨ ਹੋ ਸਕਦੀ ਹੈ, ਪਰ ਨਾਰਮਲੀ ਗ੍ਰਾਈਂਡਿੰਗ ਇੱਕ ਹੀ ਹੁੰਦੀ ਹੈ ਕਿਉਂਕਿ ਉਹਦੀ ਰਿਕੁਆਇਰਮੈਂਟ ਘੱਟ ਪੈਂਦੀ ਹੈ। ਅੱਗੇ ਗੱਲ ਕਰੀਏ ਤੇ ਜੇ ਆਪਾਂ ਫਾਊਂਡਰੀ ਟ੍ਰੇਡ ਦੀ ਗੱਲ ਕਰਦੇ ਹਾਂ ਤਾਂ ਫਾਊਂਡਰੀ ਟ੍ਰੇਡ ਵਿੱਚ ਪੈਟਰਨ ਮੇਕਰ ਦਾ ਤੁਸੀਂ ਆਈਟੀਆਈ ਕੋਰਸ ਕਰ ਸਕਦੇ ਹੋ, ਜਿਹਦਾ ਡਿਊਰੇਸ਼ਨ ਵੀ 2 ਸਾਲ ਹੈ। ਤੁਸੀਂ 8ਵੀਂ ਕਲਾਸ ਪਾਸ ਕੀਤੀ ਹੋਵੇ ਤਾਂ ਤੁਸੀਂ ਇਸ ਕੋਰਸ ਕਰਨ ਨੂੰ ਐਲੀਜੀਬਲ ਹੋ। ਫਾਊਂਡਰੀ ਮੈਨ ਦਾ ਕੋਰਸ ਕਰਨ ਲਈ 2 ਸਾਲ ਦਾ ਕੋਰਸ ਡਿਊਰੇਸ਼ਨ ਹੈ ਤੇ 10ਵੀਂ ਕਲਾਸ ਪਾਸ ਕੀਤੀ ਹੋਣੀ ਜ਼ਰੂਰੀ ਹੈ। ਅਗਲੇ ਟ੍ਰੇਡ ਦੀ ਗੱਲ ਕਰਦੇ ਹਾਂ ਤਾਂ ਮੈਟਲ ਵਰਕਿੰਗ ਹੈ। ਮੈਟਲ ਵਰਕਿੰਗ 'ਚ ਫੋਰਜਿੰਗ ਤੇ ਹੀਟ ਟ੍ਰੀਟਮੈਂਟ, ਜਿਹਨੂੰ ਆਪਾਂ ਆਮ ਤੌਰ ਤੇ ਲੋਹੇ ਨੂੰ ਗਰਮ ਕਰਕੇ ਡਿਫਰੈਂਟ ਤਰ੍ਹਾਂ ਦੀ ਸ਼ੇਪ ਜਿਹੜੀ ਦਿੰਦੇ ਆ ਉਹਨੂੰ ਫੋਰਜਿੰਗ ਸ਼ਾਪ ਕਿਹਾ ਜਾਂਦਾ ਹੈ। ਹੀਟ ਟ੍ਰੀਟਮੈਂਟ ਜਿਹਨੂੰ ਹਾਰਡ ਕਰਨਾ, ਸਖਤ ਕਰਨਾ ਜਾਂ ਨਾਰਮਲਾਈਜ਼ ਕਰਨਾ ਕਹਿੰਦੇ ਆ। ਹੀਟ ਟ੍ਰੀਟਮੈਂਟ ਸਪੈਸ਼ਲਾਈਜ਼ਡ ਜਿਹੜੇ ਟ੍ਰੇਡਸ ਹੈਗੀਆਂ ਨੇ, ਇਹਨਾਂ ਦਾ ਕੋਰਸ ਵੀ 2 ਸਾਲ ਦਾ ਹੁੰਦਾ ਹੈ ਤੇ 10ਵੀਂ ਕਲਾਸ ਘੱਟੋ ਘੱਟ ਪਾਸ ਹੋਣੀ ਜ਼ਰੂਰੀ ਹੈ। ਤੁਸੀਂ ਸ਼ੀਟ ਮੈਟਲ ਵਿੱਚ ਵੈਲਡਿੰਗ ਐਜ਼ ਅ ਵੈਲਡਰ ਵੀ ਤੁਸੀਂ ਕੋਰਸ ਕਰ ਸਕਦੇ ਹੋ, 2 ਸਾਲ ਦਾ ਕੋਰਸ ਹੈ, 10ਵੀਂ ਕਲਾਸ ਪਾਸ ਹੋਣੀ ਜ਼ਰੂਰੀ ਹੈ। ਇਸੇ ਤਰ੍ਹਾਂ ਤੁਸੀਂ ਜੇ ਗੈਸ ਵੈਲਡਿੰਗ ਜਾਂ ਇਲੈਕਟ੍ਰੀਕਲ ਵੈਲਡਿੰਗ ਦਾ ਕੋਈ ਕੋਰਸ ਕਰਨਾ ਚਾਹੁੰਦੇ ਹੋ ਤਾਂ ਇਸ ਕੋਰਸ ਦੀ ਡਿਊਰੇਸ਼ਨ 1 ਸਾਲ ਤੇ 3 ਮਹੀਨੇ ਹੈ ਔਰ ਤੁਹਾਡੀ ਕੁਆਲੀਫਿਕੇਸ਼ਨ ਘੱਟੋ ਘੱਟ 8ਵੀਂ ਕਲਾਸ ਹੋਣੀ ਚਾਹੀਦੀ ਹੈ। ਅੱਗੇ ਗੱਲ ਕਰਦੇ ਹਾਂ ਇਲੈਕਟ੍ਰੀਕਲ ਟ੍ਰੇਡ ਦੀ। ਇਲੈਕਟ੍ਰੀਕਲ ਟ੍ਰੇਡ ਵੀ ਅੱਜ ਦੀ ਡੇਟ ਵਿੱਚ ਬਹੁਤ ਜ਼ਿਆਦਾ ਫੇਮਸ ਹੈ ਸਟੂਡੈਂਟ ਵਿੱਚ, ਨਾ ਸਿਰਫ ਲੜਕਿਆਂ 'ਚ, ਈਵਨ ਲੜਕੀਆਂ 'ਚ ਵੀ ਬਹੁਤ ਜ਼ਿਆਦਾ ਫੇਮਸ ਹੈ। ਇਹਦਾ ਮੇਨ ਰੀਜ਼ਨ ਹੈ ਕਿ ਇਹ ਕੰਮ ਕਰਕੇ, ਇਹ ਟ੍ਰੇਡ ਕੰਪਲੀਟ ਕਰਕੇ ਬੱਚੇ ਆਪਣੀ ਬਿਜ਼ਨਸ ਵੀ ਸ਼ੁਰੂ ਕਰ ਸਕਦੇ ਹੈ। ਇੱਕ ਛੋਟੇ ਲੈਵਲ 'ਤੇ ਤੁਸੀਂ ਆਪਣੀ ਕੋਈ ਸ਼ਾਪ ਸ਼ੁਰੂ ਕਰ ਸਕਦੇ ਹੋ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਅਕਸਰ ਜਦੋਂ ਸਾਡੇ ਘਰ ਵਿੱਚ ਕੋਈ ਇਲੈਕਟ੍ਰੀਕਲ ਇਸ਼ੂ ਆਉਂਦਾ ਹੈ ਤਾਂ ਅਸੀਂ ਇੱਕ ਇਲੈਕਟ੍ਰੀਸ਼ੀਅਨ ਨੂੰ ਬੁਲਾ ਕੇ ਕੰਮ ਕਰਵਾ ਲੈਂਦੇ ਹਾਂ। ਤਾਂ ਉਹ ਇਲੈਕਟ੍ਰੀਸ਼ੀਅਨ ਆਪਣੀ ਮਿਹਨਤਾਨਾ ਵੀ ਲੈਂਦਾ ਹੈ ਔਰ ਆਪਣੇ ਲਿਆਂਦੇ ਹੋਏ ਕੰਪੋਨੈਂਟ ਦੀ ਠੀਕ ਰੇਟ ਵੀ ਲੈ ਲੈਂਦਾ ਹੈ। ਭਾਵੇਂ ਉਹਨੇ ਕੋਈ ਬਲਬ ਚੇਂਜ ਕਰਨਾ ਹੈ, ਚਾਹੇ ਉਹਨੇ ਕੋਈ ਫਿਊਜ਼ ਚੇਂਜ ਕਰਨਾ ਹੈ, ਤਾਂ ਜੋ ਰੇਟ ਉਹ ਮੰਗੇਗਾ ਆਪਾਂ ਬੜੇ ਆਰਾਮ ਨਾਲ ਉਹਨੂੰ ਰੇਟ ਦੇ ਦਿੰਦੇ ਹਾਂ। ਈਵਨ ਏਅਰ ਕੰਡੀਸ਼ਨਡ ਹੀਟਰ, ਗੀਜ਼ਰ, ਇਹਨਾਂ ਨੂੰ ਰਿਪੇਅਰ ਕਰਨ ਦੀ ਬੜੀ ਡਿਮਾਂਡ ਹੈ ਅੱਜ ਦੀ ਡੇਟ 'ਚ, ਕਿਉਂਕਿ ਆਲਮੋਸਟ ਹਰ ਘਰ ਵਿੱਚ ਏਅਰ ਕੰਡੀਸ਼ਨਡ ਗੀਜ਼ਰ ਹੋਣੇ ਇੱਕ ਤਰ੍ਹਾਂ ਦੀ ਆਮ ਗੱਲ ਹੋ ਗਈ ਹੈ। ਸੋ ਇਲੈਕਟ੍ਰੀਕਲ ਟ੍ਰੇਡ ਇੱਕ ਤਰ੍ਹਾਂ ਦਾ ਬੜਾ ਵਰਸੇਟਾਈਲ ਐਵਰਗ੍ਰੀਨ ਟ੍ਰੇਡ ਬਣਦਾ ਜਾ ਰਿਹਾ ਹੈ, ਇਹਦੀ ਬਹੁਤ ਡਿਮਾਂਡ ਹੈ। ਇਲੈਕਟ੍ਰੀਕਲ ਟ੍ਰੇਡ ਵਿੱਚ ਵੀ ਤੁਸੀਂ ਜੇ ਕੋਈ ਇਲੈਕਟ੍ਰੀਕਲ ਦਾ ਐਜ਼ ਏ ਇਲੈਕਟ੍ਰੀਸ਼ੀਅਨ ਕੋਰਸ ਕਰਨਾ ਚਾਹੁੰਦੇ ਹੋ 2 ਸਾਲ ਦਾ ਉਹ, ਤਾਂ ਤੁਸੀਂ 10ਵੀਂ ਕਲਾਸ ਤੁਹਾਡੀ ਪਾਸ ਹੋਣੀ ਜ਼ਰੂਰੀ ਹੈ ਵਿਦ ਸਾਇੰਸ ਐਂਡ ਮੈਥ। ਲਾਈਨਮੈਨ ਦਾ ਕੋਰਸ ਵੀ ਕਰ ਸਕਦੇ ਹੋ। ਆਮ ਤੌਰ 'ਤੇ ਕਿਸੇ ਵੀ ਸਟੇਟ ਵਿੱਚ ਇਲੈਕਟ੍ਰੀਸਿਟੀ ਡਿਪਾਰਟਮੈਂਟ 'ਚ ਲਾਈਨਮੈਨ ਦੀਆਂ ਬੜੀਆਂ ਰੈਗੂਲਰ ਪੋਸਟਾਂ ਨਿਕਲਦੀਆਂ ਨੇ। ਲਾਈਨਮੈਨ ਦੇ ਨਾਲ ਨਾਲ ਵਾਇਰਮੈਨ ਦੀਆਂ ਵੀ ਬੜੀਆਂ ਪੋਸਟਾਂ ਨਿਕਲਦੀਆਂ ਨੇ। ਇਹ ਸਰਕਾਰੀ ਪੋਸਟਾਂ ਨੂੰ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 2 ਸਾਲ ਦਾ ਇਲੈਕਟ੍ਰੀਕਲ ਟ੍ਰੇਡ ਦਾ ਆਈਟੀਆਈ ਡਿਪਲੋਮਾ ਹੋਣਾ ਜ਼ਰੂਰੀ ਹੈ।
ਤੁਸੀਂ ਮਕੈਨਿਕ ਆਟੋ ਇਲੈਕਟ੍ਰਿਕ ਐਂਡ ਇਲੈਕਟ੍ਰੋਨਿਕਸ ਦਾ ਕੋਰਸ ਵੀ ਕਰ ਸਕਦੇ ਹੋ, ਜਿਹੜਾ ਆਮ ਤੌਰ ਤੇ ਕਾਰਾਂ, ਸਕੂਟਰ, ਟਰੱਕਾਂ ਲਈ ਬੜਾ ਫਾਇਦੇਮੰਦ ਹੈ। ਜੇ ਮੰਨ ਲਓ ਤੁਸੀਂ ਕਿਸੇ ਵਰਕਸ਼ਾਪ 'ਚ ਲੱਗੇ ਹੋ, ਚਾਹੇ ਉਹ ਵਰਕਸ਼ਾਪ ਕੋਈ ਤੁਹਾਡੀ ਆਪਣੀ ਹੈ, ਚਾਹੇ ਤੁਸੀਂ ਕਿਤੇ ਜੌਬ ਕਰਦੇ ਪਏ ਹੋ, ਜਾਂ ਕਿਸੇ ਇੰਡਸਟਰੀ ਵਿੱਚ ਜਿਹੜੀ ਇੰਡਸਟਰੀ ਕਾਰਾਂ ਬਣਾਉਂਦੀ ਹੈ, ਟਰੈਕਟਰ ਬਣਾਉਂਦੀ ਹੈ, ਸਕੂਟਰ ਬਣਾਉਂਦੀ ਹੈ, ਟਰੱਕਸ ਬਣਾਉਂਦੀ ਹੈ, ਉਹੋ ਜਿਹੀ ਇੰਡਸਟਰੀ ਵਿੱਚ ਵੀ ਮਕੈਨਿਕ ਆਟੋ ਇਲੈਕਟ੍ਰਿਕ ਅਤੇ ਆਟੋ ਇਲੈਕਟ੍ਰੋਨਿਕ ਵਾਲੇ ਦੀ ਬੜੀ ਰਿਕੁਆਇਰਮੈਂਟ ਹੈ। ਤੁਸੀਂ 에ਅਰਕ੍ਰਾਫਟ ਇਲੈਕਟ੍ਰੀਸ਼ੀਅਨ, ਜਹਾਜ਼ਾਂ ਲਈ ਜਿਹੜੇ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਉਹਦੀ ਵੀ ਤੁਸੀਂ ਕੋਰਸ ਕਰ ਸਕਦੇ ਹੋ। ਤੁਸੀਂ ਵਾਈਂਡਿੰਗ, ਜਿੱਦਾਂ ਆਪਾਂ ਗੱਲ ਕਰਦੇ ਨਾ ਮੋਟਰ ਵਾਈਂਡਿੰਗ ਦੀ, ਤਾਂ ਤੁਸੀਂ ਇਲੈਕਟ੍ਰੀਕਲ ਵਾਈਂਡਰ ਦਾ ਵੀ ਕੋਰਸ ਕਰ ਸਕਦੇ ਹੋ। ਅੱਗੇ ਗੱਲ ਕਰਦੇ ਹਾਂ ਬਿਲਡਿੰਗ ਐਂਡ ਫਰਨੀਚਰ, ਜਿਹੜਾ ਸਿਵਲ ਕਿੱਤੇ ਨਾਲ ਰਿਲੇਟਡ ਹੈ, ਜਿਹੜਾ ਆਮ ਤੌਰ ਤੇ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਜਦੋਂ ਘਰ ਬਣਾਉਂਦੇ ਹਾਂ, ਹੋਟਲ ਬਣਾਉਂਦੇ ਹਾਂ, ਕੋਈ ਸਪੋਜ਼ ਕਰ ਲਓ ਕੋਈ ਫੈਕਟਰੀ ਬਣਾਉਂਦੇ ਹਾਂ, ਕੋਈ ਸਕੂਲ ਬਣਾਉਂਦੇ ਹਾਂ, ਤਾਂ ਉਹ ਉਸ ਕਿੱਤੇ ਵਿੱਚ ਜਿਹੜੇ ਕੋਰਸ ਕਰਾਏ ਜਾਂਦੇ ਉਹ ਬਿਲਡਿੰਗ ਐਂਡ ਫਰਨੀਚਰ ਟ੍ਰੇਡ ਦੇ ਅੰਡਰ ਆਉਂਦੇ ਨੇ। ਸਭ ਤੋਂ ਪਹਿਲਾ ਕੋਰਸ ਕਾਰਪੈਂਟਰ ਦਾ ਹੈ, ਤਰਖਾਣ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਆ। 2 ਸਾਲ ਦਾ ਕੋਰਸ ਹੈ ਤੇ ਘੱਟੋ ਘੱਟ 8ਵੀਂ ਕਲਾਸ ਤੁਸੀਂ ਪਾਸ ਕੀਤੀ ਹੋਣੀ ਜ਼ਰੂਰੀ ਹੈ। ਪਲੰਬਰ ਦਾ ਕੋਰਸ ਹੈ, ਜਿਹੜਾ ਆਮ ਤੌਰ ਤੇ ਆਪਾਂ ਸੈਨੀਟਰੀ ਦਾ, ਟੂਟੀਆਂ ਦਾ ਜਾਂ ਪਾਣੀ ਦੇ ਰਿਲੇਟਡ ਸਰਕਟ ਦੇ ਆਪਣੀ ਰਿਪੇਅਰ ਨੂੰ ਜਾਂ ਉਹਨੂੰ ਨਵੇਂ ਸਰਕਟ ਨੂੰ ਲਗਾਉਣ ਲਈ ਜਿਹੜੇ ਕਿੱਤੇ ਦਾ ਕੰਮ ਕਰਦੇ ਨੇ ਸਟੂਡੈਂਟਸ ਜਾਂ ਵਰਕਰ, ਉਹਨੂੰ ਪਲੰਬਰ ਕਿਹਾ ਜਾਂਦਾ ਹੈ, ਤੇ ਇਹ ਵੀ 2 ਸਾਲ ਦਾ ਕੋਰਸ ਹੈ। ਮੈਸਨ ਜਿਹਨੂੰ ਮਿਸਤਰੀ ਕਹਿ ਦਿੰਦੇ ਹੈ, ਤੇ ਬਿਲਡਿੰਗ ਕੰਸਟਰਕਸ਼ਨ ਦਾ ਤੁਸੀਂ ਕੰਮ ਕਰਨਾ, ਉਹ ਵੀ 2 ਸਾਲ ਦਾ ਕੋਰਸ ਹੈ, 8ਵੀਂ ਕਲਾਸ ਪਾਸ ਹੋਣੀ ਜ਼ਰੂਰੀ ਹੈ। ਫਰਨੀਚਰ ਐਂਡ ਕੈਬਿਨਟ ਮੇਕਰ, ਕੋਈ ਲੱਕੜ ਦੇ ਫਰਨੀਚਰ ਬਣਾਉਣਾ, ਕੋਈ ਡੋਰ ਬਣਾਉਣਾ ਹੈ, ਤੁਸੀਂ ਕੋਈ ਲੱਕੜ ਦੀ ਅਲਮਾਰੀ ਬਣਾਉਣੀ ਹੈ, ਉਹਦਾ ਕੋਰਸ ਵੀ ਹੁੰਦਾ, ਉਹ 3 ਸਾਲ ਦਾ ਕੋਰਸ ਹੈ ਤੇ 8ਵੀਂ ਕਲਾਸ ਹੋਣੀ ਜ਼ਰੂਰੀ ਹੈ। ਸਪੋਰਟਸ ਗੁੱਡ ਮੇਕਰ, ਇਹ ਬੜੀ ਅੱਜ ਦੀ ਡੇਟ ਵਿੱਚ ਪ੍ਰਚਲਿਤ ਹੋਣ ਵਾਲੀ ਟ੍ਰੇਡ ਹੈ। ਮੰਨ ਲਓ ਤੁਸੀਂ ਬੈਟ ਬਣਾਉਣਾ ਚਾਹੁੰਦੇ ਹੋ, ਤੁਸੀਂ ਹਾਕੀ ਬਣਾਉਣਾ ਚਾਹੁੰਦੇ ਹੋ, ਤਾਂ ਇਹੋ ਜਿਹੇ ਵੁੱਡ ਵਰਕਿੰਗ ਦੇ ਸਪੋਰਟਸ ਦੇ ਆਰਟੀਕਲ ਜਿਹੜੇ ਹੁੰਦੇ ਨੇ, ਬੈਟ ਹੈ ਜਾਂ ਹਾਕੀ ਹੈ, ਇਹਦੇ ਕੋਰਸ ਵੀ ਤੁਸੀਂ 2 ਸਾਲ ਦੇ ਕਰ ਸਕਦੇ ਹੋ, ਜੇ ਬਸ਼ਰਤੇ ਤੁਸੀਂ 8ਵੀਂ ਕਲਾਸ ਪੂਰੀ ਕੀਤੀ ਹੋਵੇ। ਅੱਛਾ, ਇੱਕ ਆਰਕੀਟੈਕਚਰਲ ਅਸਿਸਟੈਂਟ, ਇਹ ਬੜਾ ਇੱਕ ਫੇਮਸ ਕੋਰਸ ਹੈ। ਆਮ ਤੌਰ ਤੇ ਅਸੀਂ ਡਿਪਲੋਮਾ ਜਾਂ ਬੀਟੈਕ ਆਰਕੀਟੈਕਟ ਦੀ ਇੰਜੀਨੀਅਰਿੰਗ ਦੀ ਡਿਗਰੀ ਤਾਂ ਜ਼ਰੂਰ ਸੁਣਦੇ ਹਾਂ, ਬਟ ਇਹਨਾਂ ਨੂੰ ਅਸਿਸਟੈਂਟ ਦੇਣ ਵਾਲੇ ਆਰਕੀਟੈਕਚਰਲ ਅਸਿਸਟੈਂਟ ਦੀ ਅੱਜ ਦੀ ਡੇਟ ਬੜੀ ਰਿਕੁਆਇਰਮੈਂਟ ਹੈ। ਇਹ ਬਹੁਤ ਹੈਲਪ ਕਰਦੇ ਨੇ ਇੱਕ ਚੰਗਾ ਡਿਜ਼ਾਈਨ ਬਣਾਉਣ ਦੀ ਕਿਸੇ ਵੀ ਬਿਲਡਿੰਗ ਲਈ। ਉਹ ਬਿਲਡਿੰਗ ਘਰ ਵੀ ਹੋ ਸਕਦਾ ਹੈ, ਉਹ ਬਿਲਡਿੰਗ ਫੈਕਟਰੀ ਵੀ ਹੋ ਸਕਦੀ ਹੈ, ਉਹ ਬਿਲਡਿੰਗ ਸਕੂਲ ਵੀ ਹੋ ਸਕਦਾ ਹੈ। ਇਹ ਕਿੱਤਾ ਵੀ ਸਿਵਲ ਇੰਜੀਨੀਅਰਿੰਗ ਨਾਲ ਰਿਲੇਟਡ ਹੈ, ਔਰ ਆਰਕੀਟੈਕਚਰਲ ਅਸਿਸਟੈਂਟ ਦੀ ਵੀ ITI ਦੀ ਇੱਕ ਇਹ ਡਿਗਰੀ ਜਿਹੜੀ ਹੈ, ਕੋਰਸ ਹੈ ਜਾਂ ਸਰਟੀਫਿਕੇਟ ਹੈ, ਇਹ ਬੜਾ ਪ੍ਰਚਲਿਤ ਹੈ। ਇਹਦੇ ਲਈ ਵੀ ਤੁਹਾਨੂੰ ਘੱਟੋ ਘੱਟ 10ਵੀਂ ਕਲਾਸ ਪਾਸ ਕੀਤੀ ਹੋਣੀ ਜ਼ਰੂਰੀ ਹੈ। ਅੱਗੇ ਗੱਲ ਕਰਦੇ ਹਾਂ ਮੇਨਟੇਨੈਂਸ ਦੀ। ਦੇਖੋ ਸਟੂਡੈਂਟ, ਆਮ ਤੌਰ ਤੇ ਆਪਾਂ ਕਿਸੇ ਵੀ ਇੰਡਸਟਰੀ ਦੀ ਗੱਲ ਕਰੀਏ ਤਾਂ ਹਰ ਇੰਡਸਟਰੀ ਵਿੱਚ ਕਨਵੈਨਸ਼ਨਲ ਮਸ਼ੀਨਾਂ, CNC ਮਸ਼ੀਨਾਂ ਜਾਂ ਹੋਰ ਵੀ ਇਹੋ ਜਿਹੀਆਂ ਬੜੀਆਂ ਮਸ਼ੀਨਾਂ ਹੁੰਦੀਆਂ ਨੇ ਜਿਹੜੀਆਂ 24 ਘੰਟੇ ਜਾਂ 10 ਘੰਟੇ ਚੱਲਦੀਆਂ ਰਹਿੰਦੀਆਂ ਨੇ। ਜਦੋਂ ਵੀ ਕੋਈ ਮਸ਼ੀਨ ਰੈਗੂਲਰ ਚੱਲਦੀ ਹੈ, ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਬ੍ਰੇਕਡਾਊਨ ਹੋਣਾ ਬੜੀ ਆਮ ਗੱਲ ਹੈ। ਬ੍ਰੇਕਡਾਊਨ ਭਾਵੇਂ ਇਲੈਕਟ੍ਰੀਕਲ ਰਿਲੇਟਡ ਹੈ, ਚਾਹੇ ਕੋਈ ਮਕੈਨੀਕਲ ਕੰਪੋਨੈਂਟ ਹੈ, ਤਾਂ ਉਸ ਬ੍ਰੇਕਡਾਊਨ ਨੂੰ ਠੀਕ ਕਰਨ ਵਾਲੇ ਡਿਪਾਰਟਮੈਂਟ ਨੂੰ ਮੇਨਟੇਨੈਂਸ ਕਿਹਾ ਜਾਂਦਾ ਹੈ। ਔਰ ਆਲਮੋਸਟ ਹਰ ਫੈਕਟਰੀ ਵਿੱਚ, ਚਾਹੇ ਉਹ ਛੋਟੀ ਫੈਕਟਰੀ ਹੈ ਚਾਹੇ ਉਹ ਵੱਡੀ ਫੈਕਟਰੀ ਹੈ, ਇੱਕ ਬੜਾ ਵਧੀਆ ਮੇਨਟੇਨੈਂਸ ਡਿਪਾਰਟਮੈਂਟ ਹੁੰਦਾ ਹੈ, ਜਿਹੜਾ ਲੋਡ ਪੈਣ 'ਤੇ ਮਸ਼ੀਨ ਨੂੰ ਠੀਕ ਕਰਦਾ, ਤਾਂ ਕਿ ਪ੍ਰੋਡਕਸ਼ਨ ਡਿਪਾਰਟਮੈਂਟ ਕਿਸੇ ਤਰੀਕੇ ਨਾਲ ਇਹ ਨਾ ਕਵੇ ਜੀ ਕਿ ਹੁਣ ਮਸ਼ੀਨ ਖਰਾਬ ਹੋ ਗਈ ਹੈ ਅਤੇ ਹੁਣ ਆਪਾਂ ਪ੍ਰੋਡਕਸ਼ਨ ਨਹੀਂ ਕਰ ਸਕਦੇ। ਸੋ ਕਿਸੇ ਵੀ ਫੈਕਟਰੀ ਵਿੱਚ ਰੈਗੂਲਰ ਕੰਟੀਨਿਊਸ ਪ੍ਰੋਡਕਸ਼ਨ ਚਲਾਉਣ ਲਈ ਜਿਹੜਾ ਡਿਪਾਰਟਮੈਂਟ ਹੈਲਪ ਕਰਦਾ, ਉਹਨੂੰ ਮੇਨਟੇਨੈਂਸ ਡਿਪਾਰਟਮੈਂਟ ਕਿਹਾ ਜਾਂਦਾ ਹੈ। ਔਰ ਮੇਨਟੇਨੈਂਸ ਡਿਪਾਰਟਮੈਂਟ ਦੇ ਨਾਲ ਰਿਲੇਟਡ ਜਿਹੜੇ ਕੋਰਸਸ ਦੀ ਗੱਲ ਆਪਾਂ ਕਰਦੇ ਹਾਂ, ਤਾਂ ਪਹਿਲੇ ਨੰਬਰ 'ਤੇ ਮਕੈਨਿਕ ਮਸ਼ੀਨ ਟੂਲ ਮੇਨਟੇਨੈਂਸ ਆਉਂਦੀ ਹੈ, ਜਿਹੜਾ 2 ਸਾਲ ਦਾ ਕੋਰਸ ਹੈ ਔਰ 10ਵੀਂ ਉਹਦੀ ਐਲੀਜੀਬਿਲਟੀ ਹੈ। ਮਕੈਨਿਕ ਮੇਨਟੇਨੈਂਸ ਟੈਕਸਟਾਈਲ ਮਸ਼ੀਨਰੀ ਵੀ 2 ਸਾਲ ਦਾ ਕੋਰਸ ਹੈ। ਮਸ਼ੀਨਰੀ ਜਿਹੜੀ ਕੈਮੀਕਲ ਪਲਾਂਟ 'ਚ ਯੂਜ਼ ਹੁੰਦੀ ਹੈ, ਉਹਦਾ ਵੀ 2 ਸਾਲ ਦਾ ਕੋਰਸ ਹੈ। ਡੈਰੀ ਮੇਨਟੇਨੈਂਸ ਵੀ 2 ਸਾਲ ਦਾ ਕੋਰਸ ਹੈ। ਈਵਨ ਸਵਿੰਗ ਮਸ਼ੀਨ ਦਾ ਮਕੈਨਿਕ ਜਿਹੜਾ, ਉਹ ਵੀ 2 ਸਾਲ ਦਾ ਕੋਰਸ ਕਰਕੇ ਇਹਨਾਂ ਫੈਕਟਰੀਆਂ ਵਿੱਚ ਆਪਣਾ ਰੁਜ਼ਗਾਰ ਹਾਸਿਲ ਕਰ ਸਕਦਾ ਹੈ। ਅੱਗੇ ਗੱਲ ਕਰਦੇ ਹਾਂ ਪ੍ਰੈਸੀਜਨ ਮਸ਼ੀਨਿੰਗ ਦੇ ਅੰਡਰ ਟ੍ਰੇਡ ਵਿੱਚ ਹੀ ਟੂਲ ਐਂਡ ਡਾਈ ਮੇਕਰ, ਜਿਹੜੇ ਆਮ ਤੌਰ 'ਤੇ ਡਾਈਜ਼ ਜਾਂ ਮੋਲਡ ਬਣਾਉਂਦੇ। ਡਾਈਜ਼ ਕਿੱਦਾਂ ਦੀ, ਜਿੱਦਾਂ ਫੋਰਜਿੰਗ ਡਾਈ, ਟ੍ਰਿਮਿੰਗ ਡਾਈ, ਪੰਚਿੰਗ ਡਾਈ। ਮੋਲਡ ਕਿਹੜੇ, ਜਿਹੜੇ ਕਾਸਟਿੰਗ ਢਲਾਈ 'ਚ ਯੂਜ਼ ਹੁੰਦੇ ਨੇ, ਇਨਵੈਸਟਮੈਂਟ ਮੋਲਡਸ ਹੁੰਦੇ ਨੇ, CO2 ਮੋਲਡਸ ਹੁੰਦੇ ਨੇ। ਈਵਨ ਇੰਜੈਕਸ਼ਨ ਮੋਲਡਿੰਗ ਮਸ਼ੀਨ, ਪਲਾਸਟਿਕ ਲਈ ਵੀ ਜਿਹੜੇ ਮੋਲਡ ਯੂਜ਼ ਹੁੰਦੇ ਨੇ, ਉਹ ਵੀ ਬਣਾਉਣ ਦੀ ਜਿਹੜੀ ਤਕਨੀਕ ਹੈ ਜਾਂ ਕੋਰਸ ਹੈ, ਉਹ ਇਹਨਾਂ ITI ਕੋਰਸਿਸ ਵਿੱਚ ਕਰਾਈ ਜਾਂਦੀ ਹੈ। ਇਹਦਾ ਡਿਊਰੇਸ਼ਨ ਵੀ 2 ਸਾਲ ਦਾ ਹੁੰਦਾ ਹੈ ਔਰ 10ਵੀਂ ਕਲਾਸ ਪਾਸ ਹੋਣੀ ਲਾਜ਼ਮੀ ਹੈ। ਇਸੇ ਤਰ੍ਹਾਂ ਤੁਸੀਂ ਪ੍ਰੈਸ ਟੂਲਸ, ਜਿਗਸ ਫਿਕਸਚਰ ਦਾ ਵੀ ਕੋਰਸ ਕਰ ਸਕਦੇ ਹੋ। ਵੈਲਡਿੰਗ ਫਿਕਸਚਰ ਬਣਾਉਣਾ ਹੈ ਤੁਸੀਂ, ਕੋਈ ਬਲੈਂਕਿੰਗ ਡਾਈ ਬਣਾਉਣੀ ਹੈ, ਪੰਚਿੰਗ ਡਾਈ ਬਣਾਉਣੀ, ਉਹਦੇ 'ਚ ਮਹਾਰਤ ਹਾਸਿਲ ਕਰਨੀ ਹੈ, ਜਿਹੜੀ ਆਮ ਤੌਰ 'ਤੇ ਮਕੈਨੀਕਲ ਆਟੋਮੋਬਾਈਲ ਇੰਡਸਟਰੀ ਵਿੱਚ ਬਹੁਤ ਜ਼ਰੂਰੀ ਚਾਹੀਦੀ ਹੁੰਦੀ ਹੈ। ਉਹ ਵਾਲਾ ਕੋਰਸ ਵੀ ਤੁਸੀਂ ITI ਦੇ ਥਰੂ ਕਰ ਸਕਦੇ ਹੋ, ਜਿਹਦੀ ਮਿਆਦ 2 ਸਾਲ ਹੈ
ਔਰ ਤੁਸੀਂ ਘੱਟੋ ਘੱਟ 10ਵੀਂ ਕਲਾਸ ਕੀਤੀ ਹੋਣੀ ਚਾਹੀਦੀ ਹੈ ਵਿਦ ਸਾਇੰਸ ਐਂਡ ਮੈਥਸ। ਇਸੇ ਤਰ੍ਹਾਂ ਪਲਾਸਟਿਕ ਮੋਲਡ ਮੇਕਰ, ਜਿੱਦਾਂ ਪਲਾਸਟਿਕ ਦੀਆਂ ਚੀਜ਼ਾਂ ਕੋਈ ਬਣਾਉਣੀਆਂ ਨੇ ਜਿਹੜੀਆਂ ਆਮ ਤੌਰ 'ਤੇ ਇੰਜੈਕਸ਼ਨ ਮੋਲਡਿੰਗ ਮਸ਼ੀਨ, ਕੰਪਰੈਸ਼ਨ ਮੋਲਡਿੰਗ ਮਸ਼ੀਨ ਜਾਂ ਬਲੋ ਮੋਲਡਿੰਗ ਮਸ਼ੀਨ 'ਚ ਬਣਾਈ ਜਾਂਦੀਆਂ ਨੇ, ਉਹਦਾ ITI ਕੋਰਸ ਵੀ ਤੁਸੀਂ 2 ਸਾਲ ਦਾ ਕਰਕੇ ਤੁਸੀਂ ਇਹਨਾਂ ਇੰਡਸਟਰੀਆਂ ਵਿੱਚ ਆਪਣੀ ਨੌਕਰੀ ਪੱਕੀ ਕਰ ਸਕਦੇ ਹੋ। ਅੱਗੇ ਗੱਲ ਕਰਦੇ ਹਾਂ ਹੀਟ ਇੰਜਨ ਟ੍ਰੇਡ ਗਰੁੱਪ ਦੀ, ਜਿਹਦੇ ਵਿੱਚ ਮਕੈਨੀਕਲ ਮੋਟਰ ਵਹੀਕਲ ਆ ਜਾਂਦਾ ਹੈ, ਮਕੈਨੀਕਲ ਡੀਜ਼ਲ ਹੈ, ਮਕੈਨੀਕਲ ਟਰੈਕਟਰ ਹੈ। ਜਿੱਦਾਂ ਆਮ ਤੌਰ 'ਤੇ ਆਪਾਂ ਟਰੈਕਟਰ ਕੰਪਨੀਆਂ ਦੀ ਗੱਲ ਕਰਦੇ ਹਾਂ, ਸੋਨਾਲੀਕਾ ਹੈ, ਐਸਕੋਟ ਹੈ, ਅਤੇ ਇਹਨਾਂ ਵਿੱਚ ਟਰੈਕਟਰ ਮਕੈਨਿਕ ਅਤੇ ਡੀਜ਼ਲ ਮਕੈਨਿਕ ਦੀ ਬਹੁਤ ਲੋੜ ਹੁੰਦੀ ਹੈ। ਅਤੇ ਮੰਨ ਕੇ ਚੱਲੋ ਕਿ ਇਹ ਕੋਰਸ ਵੀ ਘੱਟ ਹੁੰਦੇ ਨੇ ਅਤੇ ਇਹਨਾਂ ਦੀ ਲੋੜ ਵੀ ਜ਼ਿਆਦਾ। ਸੋ ਜਿਹੜੇ ਬੱਚੇ ਨੇ ਕਿਸੇ ਟਰੈਕਟਰ ਇੰਡਸਟਰੀ ਵਿੱਚ ਆਪਣਾ ਫਿਊਚਰ ਫਿਕਸ ਕਰਨਾ ਹੈ, ਬਰਾਈਟ ਕਰਨਾ ਹੈ, ਤਾਂ ਤੁਸੀਂ ਮਕੈਨਿਕ ਡੀਜ਼ਲ ਜਾਂ ਮਕੈਨਿਕ ਟਰੈਕਟਰ ਵੀ ਆਪਟ ਕਰ ਸਕਦੇ ਹੋ, ਸਿਲੈਕਟ ਕਰ ਸਕਦੇ ਹੋ। ਇਸੇ ਤਰ੍ਹਾਂ ਅਰਥ ਮੂਵਿੰਗ ਮਸ਼ੀਨਰੀ ਜਿਹੜੀ ਜਿੱਦਾਂ ਆਮ ਤੌਰ 'ਤੇ ਆਪਾਂ JCB ਕ੍ਰੇਨ ਕਹਿ ਦਿੰਦੇ ਹਾਂ ਜਾਂ ਹੋਇਸਟ ਕਹਿ ਦਿੰਦੇ ਹਾਂ, ਇਹਨਾਂ ਦੀ ਵੀ ITI ਟ੍ਰੇਡ ਮਕੈਨਿਕ ਅਰਥ ਮੂਵਿੰਗ ਮਸ਼ੀਨਰੀ ਦੇ ਅੰਡਰ ਕਰਾਈ ਜਾਂਦੀ ਹੈ। ਅਗੇਨ ਇਹ 2 ਸਾਲ ਦਾ ਕੋਰਸ ਹੈ। ਇਸ ਤਰ੍ਹਾਂ ਮੈਰਾਈਨ ਡੀਜ਼ਲਸ, ਜਿੱਦਾਂ ਸਮੁੰਦਰ ਵਿੱਚ ਜਿੱਦਾਂ ਪਣਡੁੱਬੀ ਟਾਈਪ ਜਿਹਨੂੰ ਕਹਿ ਸਕਦੇ ਹਾਂ, ਉਹਨਾਂ ਦੇ ਮਕੈਨਿਕ ਦਾ ਕੋਰਸ ਵੀ 3 ਸਾਲ ਦਾ ਹੈ ਔਰ 8ਵੀਂ ਕਲਾਸ ਪਾਸ ਕੀਤੀ ਹੋਣੀ ਜ਼ਰੂਰੀ ਹੈ। ਇਸੇ ਤਰ੍ਹਾਂ ਜੇ ਆਪਾਂ ਲਾਈਟ ਮੋਟਰ ਵਹੀਕਲ ਦੀ ਗੱਲ ਕਰੀਏ ਤਾਂ ਡਰਾਈਵਰ ਕਮ ਮਕੈਨਿਕ ਦਾ ਕੋਰਸ 1 ਸਾਲ ਤੇ 3 ਮਹੀਨੇ ਦਾ ਹੈ। 10ਵੀਂ ਕਲਾਸ ਜੇ ਤੁਸੀਂ ਕੀਤੀ ਹੈ ਤੁਸੀਂ ਇਹ ਕੋਰਸ ਕਰ ਸਕਦੇ ਹੋ। ਜੇ ਅਸੀਂ ਨੌਨ ਇੰਜੀਨੀਅਰਿੰਗ ਵਿੱਚ ਅਗਲਾ ਫਰਦਰ ਡੈਜ਼ਿਗਨੇਟਿਡ ਟ੍ਰੇਡ ਗਰੁੱਪ ਦੀ ਗੱਲ ਕਰੀਏ ਤਾਂ ਹੋਟਲ ਐਂਡ ਕੈਟਰਿੰਗ ਇੱਕ ਬੜਾ ਅੱਛਾ ਇੱਕ ਟ੍ਰੇਡ ਹੈ। ਇਸ ਟ੍ਰੇਡ ਦੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਤੁਸੀਂ ਸਪੈਸ਼ਲਾਈਜ਼ਡ ਕੋਰਸ ਕਰਕੇ ਵਧੀਆ ਹੋਟਲਸ ਵਿੱਚ, ਬੜੇ ਪ੍ਰੋਮੀਨੈਂਟ ਹੋਟਲ ਵਿੱਚ ਤੁਸੀਂ ਇੱਕ ਅੱਛੀ ਜੌਬ ਲੈ ਸਕਦੇ ਹੋ। ਮੈਂ ਤਾਂ ਨਹੀਂ ਕਹਿ ਸਕਦਾ ਕਿ ਤੁਸੀਂ ਇਹ ਕੋਰਸ ਕਰਕੇ ਆਪਣਾ ਕੋਈ ਹੋਟਲ ਸ਼ੁਰੂ ਕਰ ਸਕਦੇ ਹੋ, ਪਰ ਮੈਂ ਤੁਹਾਨੂੰ ਜ਼ਰੂਰ ਕਹਿ ਸਕਦਾ ਕਿ ਅੱਛੇ ਹੋਟਲਸ ਹੈ, ਚਾਹੇ ਉਹ 3 ਸਟਾਰ ਹੋਟਲਸ ਨੇ ਚਾਹੇ 5 ਸਟਾਰ ਹੋਟਲਸ ਨੇ, ਤੁਸੀਂ ਉੱਥੇ ਇੱਕ ਅੱਛੀ ਜੌਬ ਲੈ ਸਕਦੇ ਹੋ। ਅਤੇ ਇਹਦੇ ਅੰਡਰ ਜੇ ਆਪਾਂ ਡਿਫਰੈਂਟ ਟ੍ਰੇਡਸ ਦੀ ਗੱਲ ਕਰੀਏ ਤਾਂ 2 ਸਾਲ ਦੇ ਕੋਰਸਿਸ ਵੀ ਨੇ, 1 ਸਾਲ 3 ਮਹੀਨੇ ਦੇ ਕੋਰਸਿਸ ਵੀ ਨੇ। ਜੇ ਕੋਰਸਿਸ ਦੇ ਨਾਮ ਦੀ ਗੱਲ ਕਰੀਏ ਤਾਂ ਫੂਡ ਪ੍ਰੋਡਕਸ਼ਨ ਜਨਰਲ ਕੋਰਸ ਹੈ, ਫੂਡ ਪ੍ਰੋਡਕਸ਼ਨ ਵੈਜੀਟੇਰੀਅਨ ਸਟੀਵਰਡ, ਬੇਕਰੀ ਔਰ ਕਨਫੈਕਸ਼ਨਰੀ ਦਾ ਕੋਰਸ ਹੈ, ਹਾਊਸਕੀਪਰ ਦਾ ਕੋਰਸ ਹੈ, ਰਿਸੈਪਸ਼ਨਿਸਟ, ਹੋਟਲ ਕਲਰਕ ਜਾਂ ਫਰੰਟ ਆਫਿਸ ਅਸਿਸਟੈਂਟ ਦੇ ਕੋਰਸਿਸ ਵੀ ਅਵੇਲੇਬਲ ਨੇ, ਜਿਹਨੂੰ ਕਰਕੇ ਤੁਸੀਂ ਅੱਛੀ ਜੌਬ ਲੈ ਸਕਦੇ ਹੋ। ਫਰਦਰ ਜੇ ਆਪਾਂ ਗੱਲ ਕਰੀਏ ਤਾਂ ਕਟਿੰਗ ਐਂਡ ਟੇਲਰਿੰਗ ਇੱਕ ਐਸਾ ਕੋਰਸ ਹੈ ਜੋ ਆਮ ਤੌਰ 'ਤੇ ਲੜਕੀਆਂ ਵਿੱਚ ਕਾਫੀ ਪ੍ਰਚਲਿਤ ਹੈ। ਲੜਕੀ ਇਸ ਨੂੰ ਕਾਫੀ ਪਸੰਦ ਕਰਦੀਆਂ ਨੇ ਅਤੇ ਨਾ ਸਿਰਫ ਇਹਨੂੰ ਐਜ਼ ਏ ਜੌਬ ਪ੍ਰੈਫਰ ਕਰਦੀਆਂ ਨੇ, ਬਲਕਿ ਉਹ ਆਪਣਾ ਬਿਜ਼ਨਸ ਸ਼ੁਰੂ ਕਰਨ ਦੇ ਪੁਆਇੰਟ ਆਫ ਵਿਊ ਨਾਲ ਵੀ ਇਸ ਟ੍ਰੇਡ ਨੂੰ, ਇਸ ITI ਕੋਰਸ ਨੂੰ ਪ੍ਰੈਫਰ ਕਰਦੀਆਂ ਨੇ। ਜੇ ਆਪਾਂ ਕਟਿੰਗ ਔਰ ਟੇਲਰਿੰਗ ਵਿੱਚ ਕੋਰਸ ਡਿਊਰੇਸ਼ਨ ਦੀ ਗੱਲ ਕਰੀਏ ਤਾਂ ਆਮ ਤੌਰ 'ਤੇ ਇਹ ਕੋਰਸਿਸ 1 ਸਾਲ 3 ਮਹੀਨੇ ਦੇ ਹੁੰਦੇ ਨੇ ਔਰ ਇਹਨਾਂ ਵਿੱਚ ਜਿਹੜੇ ਟ੍ਰੇਡਸ ਕਰਾਏ ਜਾਂਦੇ ਨੇ ਉਹਦੇ ਵਿੱਚ ਡਿਜ਼ਾਈਨਰ ਐਂਡ ਮਾਸਟਰ ਕਟਰ ਅਵੇਲੇਬਲ ਹੈ, ਟੇਲਰਿੰਗ ਅਵੇਲੇਬਲ ਹੈ, ਡਰੈਸ ਮੇਕਰ ਅਵੇਲੇਬਲ ਹੈ, ਈਵਨ ਐਮਬਰਾਇਡਰੀ ਡਿਜ਼ਾਈਨਰ ਵੀ ਅਵੇਲੇਬਲ ਹੈ। ਅੱਗੇ ਗੱਲ ਕਰਦੇ ਹਾਂ ਆਪਾਂ ਟੈਕਸਟਾਈਲ ਸੈਕਟਰ ਦੀ। ਟੈਕਸਟਾਈਲ ਸੈਕਟਰ ਵਿੱਚ ਕੋਰਸ ਡਿਊਰੇਸ਼ਨ ਆਮ ਤੌਰ 'ਤੇ 6 ਮਹੀਨੇ ਤੋਂ ਲੈ ਕੇ 1 ਸਾਲ 6 ਮਹੀਨੇ ਤੱਕ ਹੁੰਦੀ ਹੈ। ਤੁਸੀਂ ਜੇ ਇਨ ਕੇਸ 8th ਕਲਾਸ ਪਾਸ ਕੀਤੀ ਹੈ ਜਾਂ ਤੁਸੀਂ 10th ਕਲਾਸ ਪਾਸ ਕੀਤੀ ਹੈ ਡਿਫਰੈਂਟ 10+2 ਸਟਰੀਮ ਦੇ ਅੰਡਰ, ਤੁਸੀਂ ਇਹ ਕੋਰਸ ਕਰ ਸਕਦੇ ਹੋ। ਇਹਦੇ ਵਿੱਚ ਕਿਹੜੇ ਕੋਰਸਿਸ ਅਵੇਲੇਬਲ ਨੇ, ਜਿੱਦਾਂ ਵੀਵਰ ਹੈ, ਟੈਂਟਰ ਹੈ, ਵਾਈਂਡਰ ਹੈ, ਨਿਟਰ ਹੈ, ਪ੍ਰਿੰਟਿੰਗ ਟੈਕਸਟਾਈਲ ਦੇ ਅੰਡਰ ਤੁਸੀਂ ਇਹ ਕੋਰਸ ਕਰ ਸਕਦੇ ਹੋ। ਅੱਗੇ ਵਧਦੇ ਹਾਂ, ਅੱਗੇ ਗੱਲ ਕਰਦੇ ਹਾਂ ਆਪਾਂ ਲੈਦਰ ਕਰਾਫਟਸ ਦੀ। ਲੈਦਰ ਕਰਾਫਟ ਕੋਰਸ ਆਮ ਤੌਰ 'ਤੇ ਜਿਹੜੇ ਸਟੂਡੈਂਟਸ ਆਪਣੀ ਜੋ ਲਾਈਫ ਹੈ ਜਾਂ ਆਪਣਾ ਫਿਊਚਰ ਹੈ ਲੈਦਰ ਗੁੱਡਸ ਵਿੱਚ ਬਣਾਉਣਾ ਚਾਹੁੰਦੇ ਹੈ। ਲੈਦਰ ਗੁੱਡਸ ਕੀ ਆ ਜਾਂਦਾ ਹੈ, ਪਰਸ ਹੈ, ਸ਼ੂਜ਼ ਨੇ, ਬੈਗਸ ਨੇ, ਹਰ ਘਰ ਵਿੱਚ ਲੋੜ ਪੈਂਦੀ ਇਹਨਾਂ ਦੀ। ਇਹਦੇ ਵਿੱਚ ਕੋਰਸ ਕਰਕੇ ਤੁਸੀਂ ਚੰਗੀ ਲੈਦਰ ਇੰਡਸਟਰੀ 'ਚ ਜੌਬ ਵੀ ਲੈ ਸਕਦੇ ਹੋ, ਆਪਣਾ ਕੰਮ ਵੀ ਸ਼ੁਰੂ ਕਰ ਸਕਦੇ ਹੋ। ਅਤੇ ਆਮ ਤੌਰ 'ਤੇ ਇਹਨਾਂ ਕੋਰਸਿਸ ਦੀ ਜੇ ਐਲੀਜੀਬਿਲਿਟੀ ਦੀ ਗੱਲ ਕਰੀਏ ਤਾਂ 8ਵੀਂ ਕਲਾਸ ਜਾਂ 10ਵੀਂ ਕਲਾਸ ਪਾਸ ਬੱਚਾ ਇਹ ਕੋਰਸ ਕਰ ਸਕਦਾ ਹੈ। ਇਹਨਾਂ ਕੋਰਸਿਸ ਦੀ ਡਿਊਰੇਸ਼ਨ 2 ਸਾਲ ਤੋਂ ਲੈ ਕੇ 3 ਸਾਲ ਤੱਕ ਹੁੰਦੀ ਹੈ। ਜੇ ਟ੍ਰੇਡਸ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਸਪੋਰਟਸ ਗੁੱਡ ਮੇਕਰ ਆ ਜਾਂਦਾ ਹੈ, ਲੈਦਰ ਗੁੱਡਸ ਮੇਕਰ ਆ ਜਾਂਦੇ ਨੇ, ਫੁੱਟਵੀਅਰ ਮੇਕਰ ਆ ਜਾਂਦੇ ਨੇ, ਫਿਨਿਸ਼ ਲੈਦਰ ਮੇਕਰ ਆ ਜਾਂਦਾ ਹੈ, ਅਪਹੋਲਸਟਰ ਆ ਜਾਂਦਾ, ਜਾਂ ਮੇਨਟੇਨੈਂਸ ਜਿਹੜੀ ਲੈਦਰ ਮਸ਼ੀਨਰੀ ਵਿੱਚ ਯੂਜ਼ ਹੁੰਦੀ ਹੈ ਉਹਨਾਂ ਦੀ ਮੇਨਟੇਨੈਂਸ ਮਕੈਨਿਕ ਵੀ ਆ ਜਾਂਦੇ ਨੇ। ਅੱਜ ਦੀ ਡੇਟ ਵਿੱਚ ਇੱਕ ਬੜਾ ਪ੍ਰਚਲਿਤ ਕੋਰਸ ਹੈ ਇਲੈਕਟ੍ਰੋਨਿਕਸ ਦਾ। ਆਪਾਂ ਜੇ ਇਲੈਕਟ੍ਰੋਨਿਕਸ ਦੀ ਗੱਲ ਕਰੀਏ ਤਾਂ ਸਾਡੇ ਸਾਹਮਣੇ ਮੋਬਾਈਲ ਫੋਨਸ ਆਉਂਦੇ ਨੇ, LED ਟੈਲੀਵਿਜ਼ਨਸ ਆਉਂਦੇ ਨੇ, ਅਣਗਿਣਤ ਚੀਜ਼ਾਂ ਨੇ ਜਿਹੜੀ ਇਲੈਕਟ੍ਰੋਨਿਕਸ ਦੇ ਨਾਲ ਲਿੰਕਡ ਹੈ। ਅੱਜ ਕੱਲ੍ਹ ਹਰ ਘਰ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਇਲੈਕਟ੍ਰੋਨਿਕ ਇਕਵਿਪਮੈਂਟ ਜਾਂ ਇਲੈਕਟ੍ਰੋਨਿਕ ਦੀ ਆਈਟਮ ਅਵੇਲੇਬਲ ਹੁੰਦੀ ਹੈ। ਸੋ ਤੁਸੀਂ ਇਲੈਕਟ੍ਰੋਨਿਕ ਦਾ ਕੋਰਸ ਕਰਕੇ ਇਹਦੀ ਰਿਪੇਅਰ ਦਾ ਕੰਮ ਵੀ ਸ਼ੁਰੂ ਕਰ ਸਕਦੇ ਹੋ, ਕਿਤੇ ਅੱਛੇ ਇਲੈਕਟ੍ਰੋਨਿਕਸ ਕੰਪਨੀ ਵਿੱਚ ਜੌਬ ਵੀ ਕਰ ਸਕਦੇ ਹੋ। ਇਹ ਕੋਰਸਿਸ ਆਮ ਤੌਰ 'ਤੇ 2 ਸਾਲ ਤੋਂ 3 ਸਾਲ ਦੇ ਹੁੰਦੇ ਨੇ। 10th ਕਲਾਸ ਕਰਨ ਤੋਂ ਬਾਅਦ ਤੁਸੀਂ ਇਹ ਕੋਰਸ ਕਰ ਸਕਦੇ ਹੋ। ਇਹਨਾਂ ਵਿੱਚ ਕਿੱਦਾਂ ਦੇ ਕੋਰਸਿਸ ਆਉਂਦੇ ਨੇ, ਮਕੈਨਿਕ ਰੇਡੀਓ ਐਂਡ ਰਡਾਰ ਏਅਰਕ੍ਰਾਫਟ ਆ ਜਾਂਦਾ ਹੈ, ਮਕੈਨਿਕ ਇਲੈਕਟ੍ਰੋਨਿਕਸ ਆ ਜਾਂਦਾ ਹੈ, ਟੈਲੀਵਿਜ਼ਨ ਦੇ ਮਕੈਨਿਕਸ ਆ ਜਾਂਦੇ ਨੇ, ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਦੇ ਮਕੈਨਿਕ ਆ ਜਾਂਦੇ, ਜਾਂ ਰੇਡੀਓ ਔਰ TV ਦੇ ਮਕੈਨਿਕ ਵੀ ਆ ਜਾਂਦੇ ਨੇ।
ਅੱਗੇ ਜੇ ਆਪਾਂ ਗੱਲ ਕਰੀਏ ਇੰਜੀਨੀਅਰਿੰਗ ਪੁਆਇੰਟ ਆਫ ਵਿਊ ਨਾਲ, ਤਾਂ ਆਇਰਨ ਐਂਡ ਸਟੀਲ ਸੈਕਟਰ ਇੱਕ ਬੜਾ ਪ੍ਰਚਲਿਤ ਸੈਕਟਰ ਹੈ, ਜੋ ਆਮ ਤੌਰ ਤੇ 2 ਸਾਲ ਤੋਂ ਲੈ ਕੇ 1 ਸਾਲ, ਈਵਨ ਕਈ ਕੋਰਸਿਸ ਇਹੋ ਜਿਹੇ ਸਪੈਸ਼ਲਾਈਜ਼ ਹੁੰਦੇ ਨੇ ਜੋ 3 ਸਾਲ ਦੇ ਕੋਰਸਿਸ ਵੀ ਹੁੰਦੇ ਨੇ। 8ਵੀਂ ਕਲਾਸ ਜਾਂ 10ਵੀਂ ਕਲਾਸ ਪੂਰੀ ਕਰਨ ਤੋਂ ਬਾਅਦ ਤੁਸੀਂ ਇਹ ਕੋਰਸ ਕਰ ਸਕਦੇ ਹੋ। ਆਮ ਤੌਰ ਤੇ ਇਹ ਕੋਰਸਿਸ ਸਟੀਲ ਦੀ ਰੋਲਿੰਗ ਮਿਲ ਵਿੱਚ ਯੂਜ਼ ਹੁੰਦੇ ਨੇ। ਸਟੀਲ ਰੋਲਿੰਗ ਮਿਲ ਮਤਲਬ ਜਿਹੜੀਆਂ ਮਿੱਲਾਂ, ਜਿਹੜੀਆਂ ਕੰਪਨੀਆਂ ਸਟੀਲ ਬਣਾਉਂਦੀਆਂ ਨੇ, ਜੇ ਆਪਾਂ ਗੱਲ ਕਰੀਏ ਸਟੀਲ ਅਥਾਰਟੀ ਆਫ ਇੰਡੀਆ ਹੈ ਜਾਂ JSW ਹੈ ਜਾਂ SR ਹੈ, ਵਿਦਾਂਤਾ ਹੈ, ਇਹੋ ਜਿਹੀ ਬੜੀ ਵੱਡੀ ਕੰਪਨੀਆਂ ਨੇ ਜਿਹੜੀਆਂ ਨਾ ਸਿਰਫ ਡੋਮੈਸਟਿਕ ਮਾਰਕੀਟ ਮਤਲਬ ਇੰਡੀਆ 'ਚ ਮਾਲ ਸਪਲਾਈ ਕਰਦੀਆਂ ਨੇ, ਬਲਕਿ ਬਾਹਰ ਵੀ ਸਪਲਾਈ ਕਰਦੀਆਂ ਨੇ। ਟਾਟਾ ਸਟੀਲ ਦਾ ਤੁਸੀਂ ਨਾਮ ਸੁਣਿਆ ਹੋਣਗੇ। ਤੋ ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਲਾਰਜ ਸਕੇਲ 'ਤੇ ਕੰਮ ਕਰਦੀਆਂ ਨੇ, ਉਹਨਾਂ ਵਿੱਚ ਇਹੋ ਜਿਹੇ ITI ਕੋਰਸ ਕਰਨ 'ਤੇ ਤੁਹਾਨੂੰ ਇੱਕ ਅੱਛੀ ਨੌਕਰੀ ਮਿਲ ਸਕਦੀ ਹੈ। ਕਿੱਦਾਂ ਦੀ ਨੌਕਰੀ ਮਿਲ ਸਕਦੀ ਹੈ? ਬ੍ਰਿਕਲੇਅਰ ਰਿਫਰੈਕਟਰੀ ਦੀ ਨੌਕਰੀ ਮਿਲ ਸਕਦੀ ਹੈ, ਫਰਨੈਸ ਆਪਰੇਟਰ ਦੀ, ਸਟੀਲ ਮੈਲਟਿੰਗ ਹੈਂਡ ਦੀ, ਕ੍ਰੇਨ ਆਪਰੇਟਰ ਦੀ ਜਾਂ ਇਲੈਕਟ੍ਰੀਸ਼ੀਅਨ ਦੀ ਨੌਕਰੀ ਤੁਸੀਂ ਅਚੀਵ ਕਰ ਸਕਦੇ ਹੋ। ਅੱਗੇ ਗੱਲ ਕਰਦੇ ਹਾਂ ਆਪਾਂ ਗਲਾਸ ਔਰ ਸਿਰੈਮਿਕ ਸੈਕਟਰ ਦੀ, ਜਿਹਦੇ ਵਿੱਚ ਆਮ ਤੌਰ 'ਤੇ ਕੋਰਸ ਡਿਊਰੇਸ਼ਨ 2 ਸਾਲ ਜਾਂ 1 ਸਾਲ 3 ਮਹੀਨੇ ਹੁੰਦਾ ਹੈ। 8ਵੀਂ ਕਲਾਸ ਦੇ ਬੱਚੇ ਇਹ ਕੋਰਸ ਕਰ ਸਕਦੇ ਨੇ। ਔਰ ਟ੍ਰੇਡਸ ਦੀ ਜੇ ਗੱਲ ਕਰੀਏ ਤਾਂ ਸਿਰੈਮਿਕ ਮੋਲਡਰ, ਸਿਰੈਮਿਕ ਕਾਸਟਰ, ਸਿਰੈਮਿਕ ਕਿਲਨ ਆਪਰੇਟਰ, ਪ੍ਰੈਸ ਆਪਰੇਟਰ, ਡੈਕੋਰੇਟਰ, ਇਹ ਡਿਫਰੈਂਟ ਟ੍ਰੇਡਸ ਨੇ ਜਿਹੜੀਆਂ ਕਰਕੇ ਤੁਸੀਂ ਅੱਛੀ ਨੌਕਰੀ ਲੈਣ ਦੇ ਕਾਬਿਲ ਹੋ ਜਾਂਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਸੈਂਟਰ ਆਫ ਐਕਸੀਲੈਂਸੀ ਟ੍ਰੇਡ ਦੀ। ਸੈਂਟਰ ਆਫ ਐਕਸੀਲੈਂਸੀ ਨਾਮ ਇਸ ਟ੍ਰੇਡ ਨੂੰ ਇਸ ਲਈ ਦਿੱਤਾ ਗਿਆ ਕਿ ਇਹ ਕੋਰਸਿਸ ਆਮ ਤੌਰ ਤੇ ਨਾਰਮਲ ਕੋਰਸਿਸ ਨਾਲ ਥੋੜ੍ਹੇ ਜਿਹੇ ਡਿਫਿਕਲਟ ਹੁੰਦੇ ਆ ਪੜ੍ਹਾਈ ਵਿੱਚ ਕਰਨ ਵਿੱਚ। ਪ੍ਰੈਕਟੀਕਲ ਇਹਨਾਂ ਦਾ ਡਿਫਿਕਲਟ ਹੁੰਦਾ ਹੈ, ਪਰ ਜੇ ਤੁਸੀਂ ਇਹ ਵਾਲਾ ਕੋਰਸ ਕਰ ਲੈਂਦੇ ਹੋ ਤਾਂ ਤੁਹਾਨੂੰ ਇਹਦੇ ਕੋਰਸਪੋਂਡਿੰਗ ਨੌਕਰੀ ਵੀ ਨਾਰਮਲ ਟ੍ਰੇਡ ਨਾਲੋਂ ਵਧੀਆ ਮਿਲੇਗੀ, ਸੈਲਰੀ ਵੀ ਅੱਛੀ ਮਿਲੇਗੀ। ਤਾਂ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਸੈਂਟਰ ਆਫ ਐਕਸੀਲੈਂਸੀ ਵਿੱਚ ਕਿਹੋ ਜਿਹੇ ਟ੍ਰੇਡਸ ਹੁੰਦੇ ਨੇ। ਜੇ 2 ਸਾਲ ਦੀ ਗੱਲ ਕਰਦੇ ਹਾਂ ਤਾਂ 2 ਸਾਲ ਦੇ ਕੋਰਸ ਵਿੱਚ ਆਪਾਂ ਐਡਵਾਂਸਡ ਪੈਟਰੋਲ ਇੰਜਨ, ਐਡਵਾਂਸਡ ਡੀਜ਼ਲ ਇੰਜਨ ਦੇ ਕੋਰਸਿਸ ਹੁੰਦੇ ਨੇ, ਜਾਂ ਇਲੈਕਟ੍ਰੋਨਿਕਸ ਮਕੈਨਿਕ ਆਟੋ ਦੇ ਕੋਰਸਿਸ ਵੀ ਹੁੰਦੇ ਨੇ। ਜੇ ਆਪਾਂ 1 ਸਾਲ 3 ਮਹੀਨੇ ਦੇ ਕੋਰਸਿਸ ਦੀ ਗੱਲ ਕਰੀਏ ਤਾਂ ਟਿਗ ਔਰ ਮਿਗ ਵੈਲਡਿੰਗ ਦੇ ਕੋਰਸਿਸ ਬੜੇ ਪ੍ਰਚਲਿਤ ਨੇ। ਟੰਗਸਟਨ ਇਨਰਟ ਗੈਸ, ਮੈਟਲ ਇਨਰਟ ਗੈਸ, ਇਹੋ ਜਿਹੀ ਵੈਲਡਿੰਗ ਦੇ ਜਿਹੜੇ ਇਕਵਿਪਮੈਂਟ ਹੁੰਦੇ ਨੇ ਬੜੇ ਕੋਸਟਲੀ, ਬੜੇ ਮਹਿੰਗੇ ਇਕਵਿਪਮੈਂਟ ਹੁੰਦੇ ਨੇ। ਆਮ ਤੌਰ ਤੇ ਉਹੀ ਕੰਪਨੀਆਂ ਇਹੋ ਜਿਹੇ ਇਕਵਿਪਮੈਂਟ ਲਾਉਂਦੀਆਂ ਨੇ ਜਿਹੜੀਆਂ ਮਾਸ ਪ੍ਰੋਡਕਸ਼ਨ, ਬਹੁਤ ਜ਼ਿਆਦਾ ਮਟੀਰੀਅਲ ਜੋ ਬਹੁਤ ਜ਼ਿਆਦਾ ਕੰਪਨੀ ਬਣਾਉਂਦੀਆਂ ਹੋਣ। ਸੋ ਜਿੱਥੇ ਮਾਸ ਪ੍ਰੋਡਕਸ਼ਨ ਹੋਏਗੀ ਉੱਥੇ ਚੰਗੀ ਜੌਬ ਮਿਲਣ ਦੇ ਚਾਂਸਿਸ ਵੀ ਵਧੀਆ ਹੋਣਗੇ ਔਰ ਤੁਹਾਡਾ ਫਿਊਚਰ ਵੀ ਬ੍ਰਾਈਟ ਹੋਏਗਾ। ਸੋ ਟਿਗ ਮਿਗ ਵੈਲਡਿੰਗ ਦਾ ਕੋਰਸ ਜਾਂ ਸਟਰਕਚਰ ਵੈਲਡਰ ਦਾ ਕੋਰਸ ਜਿਹੜੇ ਆਮ ਤੌਰ ਤੇ ਰੇਲਵੇ ਪੁਲਾਂ ਤੇ ਪਾਉਂਦੇ ਨੇ, ਇਹ ਕੋਰਸ ਕਰਕੇ ਤੁਸੀਂ ਸਰਕਾਰੀ ਨੌਕਰੀ ਵੀ ਲੈ ਸਕਦੇ ਹੋ ਤੇ ਤੁਸੀਂ ਅੱਛੀ ਪ੍ਰਾਈਵੇਟ ਕੰਪਨੀ ਵਿੱਚ ਵੀ ਲੌਂਗ ਫਿਊਚਰ ਲਈ ਚੰਗੀ ਨੌਕਰੀ ਲੈ ਸਕਦੇ ਹੋ। ਬਟ ਇੱਕ ਚੀਜ਼ ਜ਼ਰੂਰ ਹੈ ਕਿ ਇਹ ਕੋਰਸ ਕਰਕੇ ਤੁਸੀਂ ਜਿਹੜਾ ਆਪਣਾ ਖੋਲ੍ਹਣ ਦਾ ਤੁਸੀਂ ਕੰਮ ਸੋਚ ਰਹੇ ਹੋ ਤਾਂ ਉਹਦੇ ਚਾਂਸਿਸ ਬੜੇ ਲਿਮਿਟਡ ਹੋ ਜਾਂਦੇ ਨੇ। ਅੱਗੇ ਜੇ ਗੱਲ ਕਰੀਏ ਤਾਂ 2 ਸਾਲ ਜਾਂ 1 ਸਾਲ 3 ਮਹੀਨੇ ਦੇ ਕੋਰਸਿਸ ਜਿਹਦੇ ਵਿੱਚ ਐਲੀਜੀਬਿਲਿਟੀ 10ਵੀਂ ਕਲਾਸ ਹੁੰਦੀ ਹੈ, ਤਾਂ ਪ੍ਰੈਸ਼ਰ ਔਰ ਪਾਈਪ ਵੈਸਲਸ ਨੇ। ਜਿੱਦਾਂ ਬੋਇਲਰਸ ਦੀ ਗੱਲ ਕਰੀਏ, ਫੂਡ ਇੰਡਸਟਰੀ ਵਿੱਚ ਬੋਇਲਰਸ ਬਹੁਤ ਯੂਜ਼ ਹੁੰਦੇ ਨੇ, ਉੱਥੇ ਵੈਲਡਿੰਗ ਕਰਨ ਲਈ ਕੋਰਸ ਅਵੇਲੇਬਲ ਨੇ। ਕੈਮੀਕਲ ਲੈਬੋਰੇਟਰੀ ਅਸਿਸਟੈਂਟ ਦੇ ਕੋਰਸਿਸ ਅਵੇਲੇਬਲ ਨੇ। ਇੰਸਟਰੂਮੈਂਟ ਦੇ ਐਡਵਾਂਸ ਮਕੈਨਿਕ ਦੇ ਕੋਰਸਿਸ ਅਵੇਲੇਬਲ ਨੇ। CAD CAM ਆਪਰੇਟਰ ਕਮ ਪ੍ਰੋਗਰਾਮਰ ਮਤਲਬ ਕੰਪਿਊਟਰ ਏਡਡ ਡਿਜ਼ਾਈਨ ਜਾਂ ਕੰਪਿਊਟਰ ਏਡਡ ਮੈਨੂਫੈਕਚਰਿੰਗ, ਡਿਜ਼ਾਈਨਿੰਗ ਦੇ ਸੌਫਟਵੇਅਰ ਕਰਕੇ ਤੁਸੀਂ ਇਹਨਾਂ ਦਾ ਆਪਰੇਸ਼ਨ ਜਾਂ ਪ੍ਰੋਗਰਾਮਰ ਦਾ ਕੋਰਸ ਵੀ ਕਰ ਸਕਦੇ ਹੋ। ਇਹ ਕੋਰਸ ਕਰਕੇ ਤੁਸੀਂ ਜੌਬ ਵੀ ਕਰ ਸਕਦੇ ਹੋ, ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਐਜ਼ ਏ ਕੰਸਲਟੈਂਟ ਆਫ CAD CAM, ਔਰ ਤੁਸੀਂ ਟੀਚਿੰਗ ਲਾਈਨ 'ਚ ਵੀ ਜਾ ਸਕਦੇ ਹੋ ਵਾਲਾ ਕੋਰਸ ਕਰਨ ਤੋਂ ਬਾਅਦ। 1 ਸਾਲ 3 ਮਹੀਨੇ ਦਾ ਕੋਰਸ ਕਰਕੇ ਤੁਸੀਂ ਐਡਵਾਂਸ ਵੈਲਡਰ ਬਣ ਸਕਦੇ ਹੋ ਜਾਂ ਜਿਗਸ ਐਂਡ ਫਿਕਸਚਰ ਮੈਨੂਫੈਕਚਰਰ ਵੀ ਬਣ ਸਕਦੇ ਹੋ। ਅੱਗੇ ਗੱਲ ਕਰੀਏ ਤਾਂ ਕੁਆਲਿਟੀ ਅਸ਼ੋਰੈਂਸ ਅਸਿਸਟੈਂਟ ਤੁਸੀਂ ਬਣ ਸਕਦੇ ਹੋ। ਜਿੱਥੇ ਵੀ ਮਾਸ ਪ੍ਰੋਡਕਸ਼ਨ ਹੁੰਦੀ ਹੋਏਗੀ, ਜਿੱਥੇ ਵੀ ਵੱਡੇ ਸਟਰਕਚਰ ਬਣਦੇ ਹੋਣਗੇ, ਉੱਥੇ ਕੁਆਲਿਟੀ ਅਸਿਸਟੈਂਟ ਦੀ ਲੋੜ ਪੈਂਦੀ ਹੈ, ਜਿਹਨੂੰ ਵਰਨੀਅਰ ਕੈਲੀਪਰ, ਮਾਈਕਰੋਮੀਟਰ ਯੂਜ਼ ਕਰਨਾ ਆਉਂਦਾ ਹੋਵੇ। ਤੇ 2 ਸਾਲ ਦਾ ਕੋਰਸ 10ਵੀਂ ਦੀ ਐਲੀਜੀਬਿਲਿਟੀ ਤੋਂ ਬਾਅਦ ਤੁਸੀਂ ਇਹ ਕਰ ਸਕਦੇ ਹੋ। ਤੁਸੀਂ CNC ਪ੍ਰੋਗਰਾਮਰ ਕਮ ਆਪਰੇਟਰ ਦਾ ਕੋਰਸ ਕਰ ਸਕਦੇ ਹੋ। ਦੇਖੋ ਸਟੂਡੈਂਟਸ, ਆਮ ਤੌਰ ਤੇ ਅੱਜ ਦੀ ਡੇਟ ਵਿੱਚ ਜਿਹੜੇ ਕਨਵੈਨਸ਼ਨਲ ਮਸ਼ੀਨਾਂ ਨੇ ਨਾ, ਉਹ ਬਹੁਤ ਘੱਟ ਰਹਿ ਗਈਆਂ ਨੇ। ਪ੍ਰੋਡਕਸ਼ਨ ਕਨਵੈਨਸ਼ਨਲ ਮਸ਼ੀਨਾਂ ਤੇ ਨਹੀਂ ਹੋ ਸਕਦੀਆਂ। ਤੁਸੀਂ ਜੇ ਮਾਸ ਪ੍ਰੋਡਕਸ਼ਨ ਦੀ ਗੱਲ ਕਰਦੇ ਹੋ, ਜਿੱਦਾਂ ਆਮ ਤੌਰ ਤੇ ਅੱਜ ਦੀ ਡੇਟ ਵਿੱਚ ਇਹੋ ਜਿਹੀਆਂ ਬੜੀਆਂ ਕੰਪਨੀਆਂ ਨੇ ਜਿਹੜੀਆਂ 2-2 3-3 ਮਿੰਟ ਵਿੱਚ ਇੱਕ ਪੂਰਾ ਟਰੈਕਟਰ ਬਣਾ ਲੈਂਦੀਆਂ ਨੇ। ਤਾਂ ਉਹਨਾਂ ਵਿੱਚ ਜੇ ਹਜ਼ਾਰਾਂ ਕੰਪੋਨੈਂਟ, ਹਜ਼ਾਰਾਂ ਕਲਪੁਰਜੇ ਲੱਗਦੇ ਨੇ। ਜੇ ਆਪਾਂ ਗੱਲ ਕਰੀਏ ਕਿ ਕਨਵੈਨਸ਼ਨਲ ਮਸ਼ੀਨਾਂ ਤੇ ਬਣਾਉਣੇ, ਉਹ ਪੋਸੀਬਲ ਨਹੀਂ ਹੈ। ਉਹ ਮਸ਼ੀਨਾਂ ਹੁੰਦੀਆਂ ਨੇ CNC ਮਸ਼ੀਨਾਂ, ਤੇ CNC ਮਸ਼ੀਨਾਂ ਨੂੰ ਚਲਾਉਣ ਵਾਲੇ ਆਪਰੇਟਰ ਬੜੇ ਸਪੈਸ਼ਲਾਈਜ਼ਡ ਹੁੰਦੇ ਨੇ, ਸੋਫਿਸਟੀਕੇਟਡ ਹੁੰਦੇ, ਔਰ ਤਨਖਾਹਾਂ ਵੀ ਉਹਨਾਂ ਦੀ ਵਧੀਆ ਹੁੰਦੀਆਂ ਨੇ। ਸੋ ਇਹ ਲਈ ਕੋਰਸਿਸ CNC ਪ੍ਰੋਗਰਾਮਰ ਕਮ ਆਪਰੇਟਰ ਕੋਰਸਿਸ ਹੁੰਦੇ ਨੇ। ਅੱਛਾ, ਇਹ ਕੋਰਸਿਸ ITI ਦੇ ਅੰਡਰ ਵੀ ਹੁੰਦੇ ਨੇ ਤੇ ਕਈ ਟੈਕਨੋਲੋਜੀ ਸੈਂਟਰ ਵੀ ਇਹ ਕੋਰਸ ਕਰਾਉਂਦੇ ਨੇ। ਜਿੱਦਾਂ ਜੇ ਆਪਾਂ ਗੱਲ ਕਰੀਏ, ਜਲੰਧਰ ਵਿੱਚ ਸੈਂਟਰਲ ਇੰਸਟੀਚਿਊਟ ਆਫ ਹੈਂਡ ਟੂਲ ਹੈਗਾ ਹੈ, ਉੱਥੇ 6 ਮਹੀਨੇ ਦੇ CNC ਪ੍ਰੋਗਰਾਮਿੰਗ ਦੇ ਕੋਰਸ ਕਰਾਏ ਜਾਂਦੇ ਨੇ, CNC ਟਰਨਿੰਗ ਜਾਂ CNC ਮਿਲਿੰਗ ਦੇ। ਉਹ ਕੋਰਸਿਸ ਕਰਕੇ ਵੀ ਤੁਹਾਨੂੰ ਚੰਗੀ ਕੰਪਨੀਆਂ ਵਿੱਚ ਨੌਕਰੀ ਮਿਲ ਸਕਦੀ ਹੈ।
इस तरह अगे गल करिए तो PLC सिस्टम ऑपरेटर हैगा है, इलैक्ट्रिकल डोमैस्टिक अपलाइंसिस के ऑपरेटर ਜਾਂ मकैनिक ने 2 साल का कोर्स कर सकते हैं। इलैक्ट्रिकल पावर ड्राइव्स के कोर्सिस भी हैगे ने ਜਿਹੜੇ 2 साल के अवेलेबल ने। अखीर में जे गल करिए सेंटर ऑफ एक्सलैंसी ट्रेड विच किहड़े कोर्सिस अवेलेबल ने, तो ये 2 साल के कोर्सिस जिन्हां दी क्वालिफिकेशन 10वीं है, ये तुसीं रैफ्रिजरेशन एंड एयर कंडीशनिंग मशीनिंग के कोर्स कर सकते हो। ये कोर्स करके तुसीं ना सिर्फ नौकरी कर सकते हो बल्कि तुसीं अपनी शॉप भी खोल सकते हो, अपना बिजनेस भी शुरू कर सकते हो। क्योंकि अज की डेट में आलमोस्ट हर घर में रैफ्रिजरेटर तो होंदा ही होंदा, फ्रिज तो होंदा ही होंदा, और काफ़ी घर एयर कंडीशनर भी होंदे ने। सो उन्होंने मेनटेनेंस, उन्होंने इंस्टॉलेशन का काम तुसीं बड़ी बखूबी कर सकते हो कोर्स करन तो बाद। इस तरह इन्वर्टर UPS की गल करिए तो जी भी कंप्यूटर कंपनियां ने ਜਾਂ ਜਿਹੜੇ घर में कंप्यूटर होंदे ने, भावें वो दुकान है, चाहे घर है, चाहे कंपनी है, चाहे कॉलेज है, उस कंप्यूटर के नाल इन्वर्टर या UPS का होना लाजमी है। तुसीं उन्होंने इंस्टॉल करना, उन्होंने रिपेयर करना, उन्होंने कमीशन करना, ये काम भी तुसीं देख सकते हो। एम्बैडेड पैनल सिस्टम जिद्दां आपां सेंसर की गल करते हैं, ड्रोन की गल करते हैं, ये कोर्सिस भी तुसीं 2 साल का करके एक अच्छी नौकरी हासिल कर सकते हो। सो स्टूडेंट्स, आपां अज इस वीडियो विच उन्हां इंपॉर्टेंट कोर्सिस बारे डिस्कशन की है जिन्हां कोर्सिस नूं करके तुसीं ना सिर्फ चंगी नौकरी लै सकते हो बल्कि तुसीं अपना काम धंधा भी शुरू कर सकते हो। मैं तुहानूं शुरू ही इस वीडियो विच दस दिता सीगा कि 140 के करीब कोर्सिस ने। तुसीं जे डिटेल लैनी तो तुसीं वैबसाइट पर जाके DGET वैबसाइट है, सरकारी वैबसाइट है, उत्थे जाके डिटेल सारी इकट्ठी कर सकते हो। इस वीडियो विच पर आपां जिहड़े तुहानूं कोर्सिस डिस्कस कीते ने, ये कोर्सिस आम तौर पर बड़े मशहूर ने। हर बच्चा कोशिश करता है इहो ਜਿਹੇ कोर्सिस नूं करन दी ताकि उन्होंने एक चंगा फ्यूचर दिखता है। सो आपां कोशिश अज यही की है कि तुहानूं उन्हां कोर्सिस की डिटेल ही दईए जिहड़े कोर्सिस करके तुसीं अच्छी नौकरी भी लै सकते हो जां तुसीं अपना बिजनेस भी शुरू कर सकते हो। सो दोस्तों, अज असी एक उपराला किया जां एक कोशिश की है कि तुहानूं अच्छी एक नॉलेज दईए। सानूं उम्मीद है कि तुहानूं साडी वीडियो, तुहानूं साडा ये उपराला जरूर पसंद आया होएगा। जे तुहानूं साडी वीडियो पसंद आई है तो तुसीं साडे एडू ब्लॉसम चैनल नूं जरूर सबसक्राइब करो, शेयर करो, लाइक करो। कमेंट बॉक्स में अपने कमेंट्स दो, तुहाडा कोई सवाल है तो साडे कोल पुछो, सानूं खुशी होएगी कि असीं तुहानूं गाइड करिए। देखो स्टूडेंट, जिहड़ा शिक्षा का शेयरिंग हुंदा है, जिहड़ी शिक्षा हुंदी है ना, जे आपां नूं शेयर करते हैं, एक दूजे नाल गलबात करते हैं ना, तो पता नहीं कि चंगी नॉलेज लैके, चंगी शिक्षा लैके किहदा भविख बन जाए। सो जे तुहानूं कोई अच्छा क्वेश्चन तुहाडे माइंड 'च हैगा है, तुसीं साडे तों सवाल का जवाब पुछना चाहते हो, तो अपने कमेंट बॉक्स विच तुसीं अपना कमेंट पाओ, असीं तुहानूं जरूर उस कमेंट का जवाब देवांगे। ये वीडियो देखने लई तुहाडा बहुत बहुत शुक्रिया एंड आई विश यू ऑल बेस्ट फॉर योर फ्यूचर। थैंक्स फॉर वॉचिंग दिस वीडियो।